ਅਜਮੇਰ ਸਿੱਧੂ ਦੀ ਪੁਸਤਕ ਰੰਗ ਦੀ ਬਾਜ਼ੀ ਦੀ ਅਖੀਰਲੀ ਕਹਾਣੀ ਹੈ ਚਨਾਹ ਦੀਆਂ ਛੱਲਾਂ। ਫਰਨੇਸ਼ ਦੀ ਅੱਗ ਲਟ-ਲਟ ਬਲਣ ਲੱਗ ਪਈ ਏ। ਲੱਕੜਾਂ ਦੇ ਸੁਰਖ ਹੁੰਦੇ ਸਾਰ ਲਿਵਿੰਗ ਰੂਮ ਤਪਣ ਲੱਗ ਪਿਆ ਹੈ। ਕੁੜੇ ਅੰਗੀਠੀ ਕਿਨੇ ਵਾਲੀ ਆ? ਮੰਮੀ ਦੀ ਆਵਾਜ਼ ਲੱਗ ਰਹੀ ਹੈ, ਪਰ ਇਹ ਤਾਂ ਜੌਬ ਤੇ ਨੇ। ਮੇਰੇ ਮੰਮੀ ਦੀ ਫਾਇਰ ਪਲੇਸ ਨੂੰ ਅੰਗੀਠੀ ਬੋਲਦੇ ਨੇ। ਉਹ ਇਹਨੂੰ ਔਨ ਨਹੀਂ ਕਰਨ ਦਿੰਦੇ। ਮੇਰੇ ਡਾਕਟਰਾਂ ਨੇ ਸ਼ਾਇਦ ਮਨਾ ਕੀਤਾ ਹੋਇਆ ਹੈ। ਮੈਂ ਸਵਿਚ ਆਫ ਕਰਨ ਉੱਠਦੀ ਹਾਂ। ਓ ਸ਼ਿਟ, ਇਹ ਤਾਂ ਪਹਿਲਾਂ ਹੀ ਆਫ ਹੈ। ਮੈਂ ਏਸੀ ਔਨ ਕੀਤਾ। ਮੈਂ ਡਰ ਗਈ ਸੀ ਕਿਤੇ ਖੁਦ ਹੀ ਨਾ ਬਲਣ ਲੱਗ ਪਵਾਂ। ਮੈਂ ਸੋਫੇ ਤੋਂ ਉੱਠ ਕੇ ਕੁਰਸੀ 'ਤੇ ਬੈਠ ਗਈ ਹਾਂ। ਟੇਬਲ ਉੱਤੇ ਪਏ ਅਖਬਾਰਾਂ ਰਸਾਲੇ ਫਰੋਲ ਮਾਰੇ ਹਨ। ਮੇਰਾ ਮਨ ਘਰ 'ਚ ਉੱਕਾ ਹੀ ਨਹੀਂ ਲੱਗ ਰਿਹਾ। ਏਸੀ ਚੱਲਣ ਦੇ ਬਾਵਜੂਦ ਸਰੀਰ ਸੇਕ ਮਾਰ ਰਿਹਾ ਹੈ। ਮੈਂ ਫਾਇਰ ਪਲੇਸ ਤੋਂ ਧਿਆਨ ਤੋੜਿਆ ਹੈ। ਲੈਪਟਾਪ ਔਨ ਕੀਤਾ। ਪਹਿਲੀ ਈਮੇਲ ਸੈਮ ਦੀ ਏ। ਮੈਂ ਕਾਹਲੀ ਨਾਲ ਕਲਿੱਕ ਕਰਕੇ ਉਹਦੀ ਈਮੇਲ ਖੋਲ੍ਹਦੇ ਮਨ ਹੀ ਮਨ ਮੁਸਕਰਾ ਕੇ ਕਹਿੰਦੀ ਹਾਂ, ਦਿਲ ਨੂੰ ਦਿਲ ਦੀ ਰਾਹ ਹੁੰਦੀ ਏ। ਆਹ ਤਾਂ ਹੀ ਝੱਲਾ ਮਨ ਨੂੰ ਤਾਵਲਾ ਹੋ ਰਿਹਾ ਸੀ। ਮੈਂ ਸਾਹ ਰੋਕ ਕੇ ਈਮੇਲ ਪੜ੍ਹਨੀ ਸ਼ੁਰੂ ਕੀਤੀ ਹੈ। ਡੀਅਰ ਗੁਰਵਿੰਦਰ, ਨਿੱਘੀਆਂ ਯਾਦਾਂ। ਮੇਰਾ ਮਨ ਬਹੁਤ ਉਦਾਸ ਏ ਜਦੋਂ ਤੋਂ ਤੁਸੀਂ ਫੋਨ 'ਤੇ ਦੱਸਿਆ ਕਿ ਆਪਣੀ ਪਟੀਸ਼ਨ 'ਤੇ ਏਜ ਗੈਪ ਦਾ ਇੱਕ ਹੋਰ ਆਬਜੈਕਸ਼ਨ ਲੱਗ ਗਿਆ। ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਇਹ ਆਬਜੈਕਸ਼ਨ ਮੇਰੀ ਉਮਰ ਦਾ ਤੁਹਾਡੀ ਉਮਰ ਨਾਲੋਂ ਘੱਟ ਹੋਣਾ ਹੀ ਹੈ। ਉਹਨਾਂ ਨੂੰ ਆਪਣੇ ਵਿਆਹ ਦੇ ਜਾਅਲੀ ਹੋਣ ਦਾ ਸ਼ੱਕ ਹੈ। ਜਿੰਨੀ ਜਲਦੀ ਹੋ ਸਕੇ ਵਕੀਲ ਨੂੰ ਦਿਖਾ ਕੇ ਇਹਦਾ ਕੋਈ ਹੱਲ ਲੱਭੋ। ਮੇਰੀ ਸੋਚ ਦੀ ਸੂਈ ਤਾਂ ਹਰ ਪਲ ਇਸ ਏਜ ਗੈਪ ਸ਼ਬਦ 'ਤੇ ਅਟਕੀ ਰਹਿੰਦੀ ਹੈ। ਤੁਹਾਡੇ ਬਿਨਾਂ ਜਿਉਣ ਨੂੰ ਦਿਲ ਨਹੀਂ ਕਰਦਾ। ਮੇਰੇ ਮਨ ਨੂੰ ਤਾਂ ਤੁਹਾਡੇ ਜਾਣ ਬਾਅਦ ਉੱਦਾਂ ਵੀ ਕੁਝ ਚੰਗਾ ਨਹੀਂ ਸੀ ਲੱਗਦਾ। ਮੈਨੂੰ ਪਤਾ ਹੈ ਤੁਸੀਂ ਵੀ ਪਰੇਸ਼ਾਨ ਹੋ, ਪਰ ਸੱਚ ਜਾਣੋ, ਮੇਰੀ ਹਾਲਤ ਤਾਂ ਪਾਣੀਓਂ ਪਤਲੀ ਹੋ ਗਈ ਹੈ। ਦੋਸਤ ਮਿੱਤਰ ਵੀ ਛੇੜਦੇ ਰਹਿੰਦੇ ਹਨ, ਕਿਹੜੀਆਂ ਗੱਲਾਂ ਦਾ ਗਮ ਖਾ ਗਿਆ, ਸੁੱਕ ਕੇ ਤਵੀਤ ਹੋ ਗਿਆ। ਸੱਚ ਤਾਂ ਇਹੋ ਹੀ ਆ ਵੀ ਬੁੱਤ ਮੇਰਾ ਇੱਥੇ ਦਿਸਦਾ ਹੈ, ਰੂਹ ਸੱਜਣਾ ਦੇ ਡੇਰੇ 'ਤੇ। ਜਿਵੇਂ ਨਾ ਜਿਵੇਂ ਇਹਦਾ ਹੱਲ ਜ਼ਰੂਰ ਲੱਭਣਾ। ਇੰਤਜ਼ਾਰ ਰਹੇਗਾ। ਤੇਰਾ ਆਪਣਾ ਸੈਮ। ਮੈਂ ਪਰਸੋਂ ਫੋਨ 'ਤੇ ਵੀ ਜਦ ਇਹ ਗੱਲ ਦੱਸੀ ਸੀ ਤਾਂ ਉਹਦੀ ਆਵਾਜ਼ ਭਾਰੀ ਹੋ ਗਈ ਸੀ। ਵਿਆਹ ਹੋਏ ਨੂੰ ਵੀ 3 ਸਾਲ ਹੋ ਗਏ ਹਨ। ਮੈਂ ਯਾਹੂ ਲੌਗ ਆਊਟ ਕਰਕੇ ਪੇਂਟ ਵਾਲਾ ਆਈਕਨ ਕਲਿੱਕ ਕੀਤਾ ਹੈ। ਮੈਂ ਫਾਇਰ ਪਲੇਸ 'ਚ ਬਲ ਰਹੀਆਂ ਲੱਕੜਾਂ ਦੀਆਂ ਲਪਟਾਂ ਤੋਂ ਬਚਣਾ ਚਾਹੁੰਦੀ ਹਾਂ। ਮੇਰੀਆਂ ਉਂਗਲਾਂ ਕਰਸਰ ਨੂੰ ਇੱਧਰ ਉੱਧਰ ਘੁਮਾ ਤੇਜ਼ੀ ਨਾਲ ਬੁਰਸ਼ ਨੂੰ ਚਲਾ ਰਹੀਆਂ ਹਨ। ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰਾ ਧਿਆਨ ਪੇਂਟਿੰਗ ਬਣਾਉਣ 'ਚ ਹੈ ਜਾਂ ਫਾਇਰ ਪਲੇਸ ਵਿੱਚ। ਅੰਗੀਠੀ 'ਚ ਅੱਗ ਬਲ ਰਹੀ ਹੈ। ਮੈਂ ਉੱਤੇ ਬੈਠੀ ਹੋਈ ਹਾਂ ਤੇ ਮੇਰਾ ਮਾਸ ਨੁੱਚੜ ਕੇ ਅੰਗੀਠੀ 'ਚ ਵਗੀ ਜਾ ਰਿਹਾ। ਓ ਮਾਈ ਗॉड, ਆ ਮੇਰੀ ਪੇਂਟਿੰਗ ਦਾ ਕੀ ਬਣ ਗਿਆ? ਰੰਗ ਖਿਲਰ ਗਏ ਹਨ। ਵਾਲਾਂ ਦਾ ਝਾਟਾ ਬਣ ਗਿਆ। ਪੇਂਟਿੰਗ ਦਾ ਤਾਂ ਪਤਾ ਨਹੀਂ ਇਹ ਮੇਰੀ ਹੈ ਜਾਂ, ਪਰ ਉਸ ਦਿਨ ਮੈਨੂੰ ਕੀ ਹੋਇਆ ਸੀ? ਫਾਇਰ ਪਲੇਸ ਵੱਲ ਦੇਖ ਹੀ ਰਹੀ ਸੀ ਕਿ ਮੇਰਾ ਤਨ ਤਪਣ ਲੱਗ ਪਿਆ ਸੀ। ਮਨ ਕਾਲਾ ਪੈਣ ਲੱਗ ਗਿਆ ਸੀ। ਸਿਰ 'ਚ ਬੱਦਲਾਂ ਦੀ ਗਰਜ ਵਾਂਗ ਪਟਾਕੇ ਵੱਜਣ ਲੱਗ ਪਏ ਸਨ। ਰਿਚਰਡ ਦੰਦੀਆਂ ਕੱਢ ਰਿਹਾ ਸੀ। ਮਾਈਕ ਮੇਰੀਆਂ ਅੱਖਾਂ ਮੂਹਰੇ ਮੁਸਕਰਾਉਣ ਲੱਗ ਪਿਆ ਸੀ ਤੇ ਮੈਨੂੰ ਨਮੋਸ਼ੀ ਮਾਰ ਗਈ। ਕੰਨਾਂ 'ਚੋਂ ਧੂੰਆਂ ਨਿਕਲਿਆ ਸੀ। ਮੇਰੇ ਅੰਦਰੋਂ ਆਵਾਜ਼ਾਂ ਨਿਕਲਣ ਲੱਗ ਪਈਆਂ ਸਨ। ਮੰਮੀ ਮੈਨੂੰ ਸੰਭਾਲਣ ਲੱਗ ਪਈ ਸੀ। ਮੇਰੀਆਂ ਆਵਾਜ਼ਾਂ ਉੱਚੀਆਂ ਹੋ ਗਈਆਂ ਸਨ। ਮੈਂ ਬੇਕਾਬੂ ਹੋ ਗਈ ਸੀ। ਮੰਮੀ ਐਂਬੂਲੈਂਸ ਨੂੰ ਫੋਨ ਕਰਨ ਲੱਗ ਪਈ ਸੀ ਤੇ ਮੈਂ ਡੋਰ ਖੋਲ੍ਹ ਕੇ ਬਾਹਰ ਵੱਲ ਨੂੰ ਦੌੜ ਪਈ। ਮੰਮੀ ਮੇਰੇ ਮਗਰੀ ਭੱਜੀ ਸੀ। ਫਿਰ ਕੀ ਹੋਇਆ? ਮੈਨੂੰ ਕੁਝ ਯਾਦ ਨਹੀਂ। ਅਮਨ ਜਾਂ ਮੰਮੀ ਨੂੰ ਪਤਾ ਹੈ। ਮੰਮੀ ਇਹ ਘਟਨਾ ਇਉਂ ਸੁਣਾਉਂਦੀ ਹੈ। ਤੋ ਇੰਟਰਸੈਕਸ਼ਨ ਦੇ ਵਿਚਕਾਰ ਚੌਫਾਲ ਲਿਟ ਗਈ ਸੀ। ਮੈਂ ਗੱਡੀਆਂ ਵਾਲਿਆਂ ਨੂੰ ਹੱਥ ਦੇ ਦੇ ਕੇ ਰੋਕ ਰਹੀ ਸੀ। ਤੇਰੇ ਅੰਦਰੋਂ ਉਪਰੀਆਂ ਆਵਾਜ਼ਾਂ ਨਿਕਲ ਰਹੀਆਂ ਸਨ। ਡਰਾਉਣੀਆਂ ਆਵਾਜ਼ਾਂ ਸੁਣ ਲੋਕ ਦਹਿਲ ਗਏ ਸਨ। ਤੂੰ ਵਾਲਾਂ ਨੂੰ ਪਟਕਾ ਕੇ ਸੜਕ 'ਤੇ ਮਾਰ ਰਹੀ ਸੀ। ਫਿਰ ਬੇਟਾ ਤੂੰ ਸ਼ਰੇ ਬਾਜ਼ਾਰ ਕੱਪੜੇ ਲਾਉਣ ਲੱਗ ਪਈ। ਮੈਂ ਬਥੇਰਾ ਰੋਕਿਆ ਪਰ ਤੂੰ ਨਾ ਟਲੀ। ਜਦੋਂ ਤੇਰੇ ਤਨ 'ਤੇ ਸਿਰਫ ਅੰਡਰਗਾਰਮੈਂਟਸ ਹੀ ਰਹਿ ਗਏ, ਪੁਲਿਸ ਤੇ ਐਂਬੂਲੈਂਸ ਦੇ ਸਾਇਰਨ ਸੁਣਨ ਲੱਗ ਪਏ ਸਨ। ਮੇਰੇ ਸਾਹ 'ਚ ਸਾਹ ਆਇਆ ਸੀ। ਇਹ ਤੋਂ ਪਹਿਲਾਂ ਕਿ ਤੂੰ ਬਚੇ ਕੱਪੜੇ ਲਾਉਂਦੀ, ਐਂਬੂਲੈਂਟਰੀ ਨਰਸਾਂ ਤੇ ਪੁਲਿਸ ਵਾਲਿਆਂ ਨੇ ਤੇਰੇ ਦੁਆਲੇ ਘੇਰਾ ਪਾ ਲਿਆ। ਤੂੰ ਉਸੇ ਵੇਲੇ ਬੇਹੋਸ਼ ਹੋ ਗਈ ਸੀ। ਮੈਂ ਘਰ 'ਚ ਹਰ ਰੂਮ ਦੇ ਕਾਰਨਰ 'ਚ ਵੱਡੀ ਤੇ ਮੋਟੀ ਰੰਗਦਾਰ ਕੈਂਡਲ ਰੱਖੀ ਹੋਈ ਹੈ। ਆਪਣੇ ਆਪ ਨੂੰ ਸ਼ਾਂਤ ਕਰਨ ਲਈ ਮੈਂ ਇਹਨਾਂ ਨੂੰ ਬਾਲ ਲੈਂਦੀ ਹਾਂ, ਜਿਵੇਂ ਬਾਪੂ ਜੀ ਵੀਰਵਾਰ ਵਾਲੇ ਦਿਨ ਖਵਾਜੇ ਪੀਰ ਦਾ ਦਲੀਆ ਦੇਣ ਵੇਲੇ ਦੀਵਾ ਬਾਲਦੇ ਹੁੰਦੇ ਸੀ। ਉਹ ਥੜੇ ਤੇ ਚਿਰਾਗ ਕਰਨ ਵੇਲੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਜਾਂਦੇ। ਸਾਨੂੰ ਵੀ ਦਲੀਆ ਖਾਣ ਦਾ ਬਹੁਤ ਚਾਅ ਹੁੰਦਾ ਸੀ। ਹੁਣ ਮੈਂ ਟੇਬਲ ਵਾਲੀ ਕੈਂਡਲ ਬਾਲ ਲਈ ਹੈ। ਰੌਸ਼ਨੀ ਵੱਲ ਇੱਕ ਟੱਕ ਵੇਖੀ ਜਾ ਰਹੀ ਹਾਂ, ਜਿਵੇਂ ਮੈਂ ਹਿਪਨੋਟਾਈਜ਼ ਹੋ ਗਈ ਹਾਂ। ਇਸ ਵਿੱਚੋਂ ਮੈਨੂੰ
ਚੰਗੇ ਚਿਹਰੇ ਦਿਸਣ ਲੱਗ ਪਏ ਹਨ। ਥੋੜੀ ਠੰਡਕ ਹੋਈ, ਅੰਗੀਠੀ ਦਾ ਸੇਕ ਘਟਿਆ ਹੈ, ਸਿਰ ਹੌਲਾ ਹੋ ਗਿਆ। ਕੰਧ ਤੇ ਬਾਪੂ ਜੀ ਦੀ ਤਸਵੀਰ ਹੈ। ਨਹੀਂ, ਉਹ ਤਾਂ ਇਸ ਵਕਤ ਰੌਸ਼ਨੀ 'ਚ ਮੌਜੂਦ ਹਨ। ਉਹਨਾਂ ਦੀ ਅੱਖਾਂ 'ਚ ਅਜੇ ਵੀ ਆਸ ਹੈ, ਜਿਵੇਂ ਕਹਿ ਰਹੇ ਹੁਣ, ਮੇਰੀ ਵਿਛੜੀਏ, ਤੇਰਾ ਦਾਦਾ ਦੌਲਤੀ ਅਜੇ ਜਿਉਂਦਾ ਹੈ, ਤੈਨੂੰ ਘਰ ਬਿਠਾ ਕੇ ਸਾਰੀ ਉਮਰ ਰੋਟੀ ਦੇ ਸਕਦਾ ਹੈ। ਵਿੰਦਰ ਪੁੱਤ, ਛੱਡ ਇਸ ਵੱਡੇ ਮੁਲਕ ਦਾ ਖਹਿੜਾ, ਮੇਰੇ ਕੋਲ ਆ ਜਾ, ਨਾਲੇ ਮੇਰਾ ਬੁਢਾਪਾ ਰੋਲਣ ਤੋਂ ਬਚ ਜਾਓ। ਮੈਂ ਹੁਣ ਸੋਚਦੀ ਹਾਂ ਮੇਰੀ ਮੰਮਾ ਦਾਦਾ ਜੀ ਨੂੰ ਇੰਡੀਆ ਕਿਹਦੇ ਆਸਰੇ ਛੱਡ ਇੱਥੇ ਆ ਗਈ। ਭਾਵੇਂ ਪਹਿਲਾਂ ਵਾਲਾ ਬੀਟ ਨਹੀਂ ਰਿਹਾ, ਜਿੱਥੇ ਕਦੇ ਕਾਨਿਆਂ ਤੇ ਸਰਕੜਿਆਂ ਨੇ ਜ਼ਿੰਦਗੀ ਮੁਹਾਲ ਕੀਤੀ ਹੋਈ ਸੀ। ਦਲਦਲੀ ਜ਼ਮੀਨ ਸੀ। ਮੈਂ ਤਾਂ ਸਾਰਾ ਕੁਝ ਦੇਖਿਆ ਨਹੀਂ। ਬਾਪੂ ਜੀ ਸਾਨੂੰ ਛੋਟੇ ਹੁੰਦਿਆਂ ਨੂੰ ਇਹ ਬਾਤਾਂ ਸੁਣਾਉਂਦੇ ਹੁੰਦੇ ਸੀ। ਰਾਹੋਂ ਤੋਂ ਦਰਿਆ ਤੱਕ ਜਿੰਨੇ ਪਿੰਡ ਵਸੇ ਹੋਏ ਹਨ, ਇਹ ਬੇਆਬਾਦ ਜ਼ਮੀਨ ਸੀ। ਇੱਧਰ ਕੋਈ ਮੂੰਹ ਨਹੀਂ ਸੀ ਕਰਦਾ ਹੁੰਦਾ। ਅੰਗਰੇਜ਼ਾਂ ਨੇ ਇੱਥੋਂ ਜਾਣ ਤੋਂ 10-12 ਸਾਲ ਬਾਅਦ ਸਰਕਾਰ ਨੇ 100-100 ਕਨਾਲ ਦੇ ਪਲਾਟ 15-15 ਸਾਲ ਲਈ ਸਾਨੂੰ ਪਟੇ ਤੇ ਦੇ ਦਿੱਤੇ। 1 ਸਾਲ ਦਾ 60 ਰੁਪਏ ਹਾਲਾ ਹੁੰਦਾ ਸੀ। ਬਾਪੂ ਜੀ, ਫਿਰ ਤਾਂ ਸਰਕਾਰ ਬਹੁਤ ਥੋੜੇ ਪੈਸੇ ਲੈਂਦੀ ਸੀ। ਮੇਰੇ ਤੋਂ ਛੋਟੀ ਅਮਨ ਹੱਥ ਵਿੱਚ 50 ਦਾ ਨੋਟ ਫੜ ਕੇ ਬੈਠੀ ਹੋਈ ਸੀ। ਮੇਰੀ ਇੱਕ ਕਮਲੀਏ ਧੀਏ, ਉਦੋਂ ਸਾਡੇ ਲੋਕਾਂ ਕੋਲ 60 ਰੁਪਏ ਹੁੰਦੇ ਹੀ ਕਿੱਥੇ ਸੀ। ਤਨ ਢੱਕਣ ਨੂੰ ਕੱਪੜਾ ਨਹੀਂ ਸੀ, ਖਾਣ ਨੂੰ ਦਾਣੇ ਨਹੀਂ ਸੀ, ਪਾਣੀ ਬਹੁਤ ਹੁੰਦਾ ਸੀ। ਦਰਿਆ ਦਾ ਪਤਾ ਨਹੀਂ ਸੀ ਹੁੰਦਾ ਕਦੋਂ ਚੜ੍ਹ ਆਵੇ ਤੇ ਕਿੱਧਰ ਨੂੰ ਰੁੱਖ ਕਰ ਲਵੇ। ਜਦੋਂ ਮੈਨੂੰ ਜ਼ਮੀਨ ਮਿਲੀ, ਮੈਂ ਸੋਚਿਆ ਵੀ ਦੌਲਤੀ, ਤੇਰੀ ਕਿਸਮਤ ਖੁੱਲ ਗਈ। ਇਹ ਤਾਂ ਇੱਥੇ ਨਰਕ 'ਚ ਫਸ ਕੇ ਪਤਾ ਲੱਗਾ। ਹੁਣ ਤਾਂ ਬਾਪੂ ਜੀ ਝੋਨੇ ਦੀ ਫਸਲ ਨੇ ਵਾਰੇ ਨਿਆਰੇ ਕੀਤੇ ਹੋਇਆ। ਬਾਪੂ ਜੀ ਨੇ ਥੋੜਾ ਚਿਰ ਪਹਿਲਾਂ ਮੈਨੂੰ ਜਿਹੜਾ ਆੜਤੀਆ ਵਾਲਾ ਚੈੱਕ ਦਿੱਤਾ ਸੀ, ਮੈਂ ਉਹ ਦਿਖਾਉਂਦੇ ਹੋਏ ਕਿਹਾ ਸੀ, ਮੇਰੀਓ ਬਾਜੀਓ ਪੋਤੀਓ, ਇਹ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਲਿਆ ਹੋਇਆ। ਇੱਥੇ ਪਾਣੀ 'ਚ ਨਾੜ ਹੀ ਨਾੜ ਹੁੰਦੇ ਸੀ, ਗਾਰੇ 'ਚ ਲੱਤਾਂ ਪੈਰ ਧਸ ਜਾਣੇ। ਹੁਣ ਤਾਂ ਟਰੈਕਟਰ ਆ ਗਏ, ਝੋਟਿਆਂ ਜਾਂ ਬਲਦਾਂ ਨਾਲ ਖੇਤ ਵਾਹੁਣਾ ਬੀਜਣਾ ਬਹੁਤ ਔਖਾ ਹੁੰਦਾ ਸੀ। ਫੇਰ ਕ੍ਰਾਂਤੀਕਾਰੀ ਮੁੰਡੇ ਉੱਠ ਪਏ। ਉਹਨਾਂ ਸਰਕਾਰ ਨੂੰ ਵਕਤ ਪਾਤਾ, ਕਹਿਣ ਲੱਗੇ ਜ਼ਮੀਨ ਹਲ ਵਾਹੁਣ ਵਾਲਿਆਂ ਦੀ ਹੁੰਦੀ ਹੈ। ਆਖਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਾਨੂੰਨ ਬਣਾਇਆ, ਇਸ ਜ਼ਮੀਨ ਦੀ ਥੋੜੀ ਜਿਹੀ ਕੀਮਤ ਪਾ ਕੇ ਸਾਨੂੰ ਮਾਲਕੀ ਦੇ ਹੱਕ ਦੇ ਦਿੱਤੇ। ਇਹ ਜੰਗਲ, ਉੱਚਾ ਨੀਵਾਂ, ਪਾਣੀ, ਗਾਰ, ਸਭ ਲੋਕਾਂ ਨੇ ਵਾਹ ਮਾਰਿਆ। ਇਹ ਮਿੱਟੀ ਸਾਡੇ ਖੂਨ ਨਾਲ ਜ਼ਰਖੇਜ਼ ਹੋਈ ਆ। ਮੇਰੇ 4 ਮੁੰਡਿਆਂ ਦੀ ਜਵਾਨੀ ਇੱਥੇ ਲੱਗ ਗਈ। ਖੈਰ, ਸਭ ਭੁੱਲ ਭੁਲਾ ਗਿਆ ਸੀ। ਤੁਹਾਡੇ ਬਾਪ ਰੇਸ਼ਮ ਦੀ ਮੌਤ ਨੇ ਬਾਪੂ ਜੀ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਗਣ ਲੱਗ ਪਏ ਸਨ। ਮੇਰੀਆਂ ਅੱਖਾਂ ਵੀ ਭਰ ਰਹੀਆਂ ਸਨ। ਡੈਡੀ ਦੀ ਮੌਤ ਵਾਲਾ ਦਿਨ ਮੈਨੂੰ ਕਦੇ ਨਹੀਂ ਭੁੱਲਿਆ। ਮੈਂ ਉਦੋਂ 10ਵੀਂ ਜਮਾਤ 'ਚ ਪੜ੍ਹਦੀ ਸੀ। ਛੋਟੀ ਅਮਨ 7ਵੀਂ ਵਿੱਚ ਤੇ ਨਿੱਕਾ ਵੀਰ ਗਗਨ 3 ਵਿੱਚ ਸੀ। ਸੈਮ ਦੀ ਈਮੇਲ ਪੜ੍ਹਨ ਵੇਲੇ ਥੋੜੀ ਸਹਿਜ ਸੀ, ਹੁਣ ਸਿਹਤ ਵਿਗੜਨ ਲੱਗ ਪਈ ਹੈ। ਅੱਖਾਂ ਸਾਹਮਣੇ ਡੈਡੀ ਦੀ ਚੀਥੜੇ ਹੋਈ ਲਾਸ਼ ਘੁੰਮ ਰਹੀ ਹੈ। ਇੱਥੋਂ ਦੀਆਂ ਸੜਕਾਂ ਤੇ ਚੱਲਦਾ ਟ੍ਰੈਫਿਕ ਦੇਖ ਕੇ ਸੋਚਦੀ ਹਾਂ, ਕਾਸ਼ ਅਜਿਹਾ ਉੱਥੇ ਹੁੰਦਾ ਤਾਂ ਮੇਰੇ ਡੈਡੀ ਵੀ ਜਿਉਂਦੇ ਹੁੰਦੇ। ਲੱਖ ਸ਼ੁਕਰ ਹੈ ਕਿ ਸਾਡਾ ਦਾਦਾ ਚੰਗਾ ਸੀ, ਜਿਹਦੇ ਪਰਛਾਵੇਂ ਹੇਠ ਅਸੀਂ ਪਲੇ। ਸੰਤੋਖ ਮਾਮੇ ਨੇ ਸਾਡੇ ਸਾਰੇ ਪਰਿਵਾਰ ਦੀ ਪਟੀਸ਼ਨ ਕੀਤੀ ਹੋਈ ਸੀ। 13-14 ਸਾਲ ਇੱਥੇ ਪਹੁੰਚਣ ਨੂੰ ਲੱਗ ਗਏ। ਡੈਡੀ ਦੀ ਮੌਤ ਤੋਂ ਪੂਰੇ 7 ਸਾਲ ਬਾਅਦ ਅਸੀਂ ਇੱਥੇ ਪੁੱਜੇ ਸੀ। ਡੈਡੀ ਦੀ ਮੌਤ ਵੇਲੇ ਗਗਨ ਤਾਂ ਬੱਚਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਆਣ ਪਈ ਸੀ। ਦਾਦਾ ਜੀ ਤੇ ਮੰਮੀ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਮੈਨੂੰ ਕਾਲਜ ਦਾਖਲ ਕਰਵਾ ਦਿੱਤਾ ਸੀ। ਬੈਂਕ ਦਾ ਅਕਾਊਂਟ ਬਾਪੂ ਜੀ ਦੇ ਨਾਂ ਸੀ, ਪਰ ATM ਮੇਰੇ ਕੋਲ ਹੁੰਦਾ ਹੈ। ਪੈਸੇ ਧੇਲੇ ਦਾ ਹਿਸਾਬ ਮੈਂ ਹੀ ਕਰਦੀ। ਅਮਨ ਤੇ ਗਗਨ ਸਾਰਾ ਦਿਨ ਮੇਰੇ ਅੱਗੇ ਪਿੱਛੇ ਦੀਦੀ ਦੀਦੀ ਕਰਦੇ ਫਿਰਦੇ ਸੀ। ਹੁਣ ਤਾਂ ਦੋਵੇਂ ਅੱਖਾਂ ਫੇਰੀ ਬੈਠੇ ਐ। ਫੇਰਨ ਵੀ ਕਿਉਂ ਨਾ, ਕਮਾਊ ਜੋ ਹੋ ਗਏ। ਪਿੰਡ ਮੈਂ ਟਰੈਕਟਰ ਚਲਾ ਲੈਂਦੀ ਸੀ, ਜੇ ਕਾਮਾ ਨਾ ਮਿਲਦਾ ਤਾਂ ਖੇਤ ਵਾਹ ਲੈਂਦੀ ਸੀ, ਤੇ ਬਾਪੂ ਜੀ ਨੇ ਕੋਈ ਕਮੀ ਨਹੀਂ ਸੀ ਰਹਿਣ ਦੀ। ਮੈਨੂੰ ਸਕੂਟਰੀ ਲੈ ਕੇ ਦਿੱਤੀ ਹੋਈ ਸੀ। ਮੈਂ ਅਮਨ ਤੇ ਗਗਨ ਨੂੰ ਪਹਿਲਾਂ ਸਕੂਲ, ਫਿਰ ਟਿਊਸ਼ਨਾਂ ਤੇ ਲੈ ਕੇ ਜਾਂਦੀ। ਬਾਪੂ ਜੀ ਨੇ ਆੜਤੀਆਂ ਕੋਲੋਂ ਚੈੱਕ ਲੈ ਕੇ ਮੇਰੇ ਹੱਥ ਰੱਖ ਦੇਣਾ। ਮੇਰੇ ਚਾਚਿਆਂ ਤਾਇਆਂ ਸੜ ਭੁੱਜ ਕੇ ਕਹਿਣਾ, ਬਾਪੂ ਜੀ ਕੁੜੀ ਨੂੰ ਕਾਹਨੂੰ ਸਿਰ ਚੜਾਈ ਜਾਂਦੇ ਹੋ, ਗਾਂ ਪਤਾ ਨਹੀਂ ਕਿੱਦਾਂ ਦੇ ਟੱਕਰਨਗੇ, ਬਗਾਨੇ ਘਰ ਵਸਣਾ ਔਖਾ ਹੋ ਜਾਊ। ਇਹ ਮੇਰਾ ਸ਼ੇਰ ਪੁੱਤ ਘਰ ਦਾ ਮੋਤਬਾਰ ਆ, ਪੈਸੇ ਧੇਲੇ ਦਾ ਹਿਸਾਬ ਮੋਤਬਾਰ ਹੀ ਰੱਖਦੇ ਹੁੰਦੇ ਆ। ਰਹੀ ਗੱਲ ਬਗਾਨੇ ਘਰ ਦੀ, ਸਾਈਂ ਲੋਕਾਂ ਦੀ ਕਿਰਪਾ ਨਾਲ ਇਹਦੀ ਉੱਥੇ ਵੀ ਚੜ੍ਹਤ ਰਹੂਗੀ। ਮੈਂ ਆਪਣੀ ਧੀ ਨੂੰ ਕਹਿੰਦੇ ਕਹਾਉਂਦੇ ਘਰ ਵਿਆਹੂੰ। ਬਾਪੂ ਜੀ ਦੀ ਗੱਲ ਸੁਣ ਕੇ ਚਾਚੇ ਤਾਏ ਨੱਕ ਬੁੱਲ ਕੱਢ ਲੈਂਦੇ। ਮੈਂ ਵੀ ਧੌਣ ਉੱਚੀ ਕਰ ਲੈਂਦੀ। ਬਾਪੂ ਜੀ ਮੈਨੂੰ ਸਮਝਾਉਂਦੇ, ਵਿੰਦਰ, ਜ਼ਿੰਦਗੀ 'ਚ ਕਦੇ ਵੀ ਆਪਣੇ ਬਾਪੂ ਦੀ ਪੱਗ ਨੂੰ ਦਾਗ ਨਾ ਲਾਈ। ਘਰ 'ਚ ਹਰ ਕੰਮ ਮੇਰੀ ਮਰਜ਼ੀ ਨਾਲ ਹੁੰਦਾ। ਗਗਨ ਨੂੰ ਮੈਟ੍ਰਿਕ ਕਰਵਾਈ, ਅਮਨ ਨੂੰ BA, ਤੇ ਮੈਂ ਆਪ MSc ਕੀਤੀ। ਮੈਂ ਆਪ MCA ਕੀਤੀ। ਉਹ ਦੋਵੇਂ ਪੜ੍ਹਾਈ 'ਚ ਕਮਜ਼ੋਰ ਸਨ। ਬਾਪੂ ਜੀ ਵਾਂਗ ਮਾਮਾ ਜੀ ਵੀ ਸਾਨੂੰ ਬਹੁਤ ਪਿਆਰ ਕਰਦੇ।
ਬੇਟ ਦਾ ਜੀਵਨ ਬੜਾ ਟੇਢਾ ਤੇ ਔਖਾ, ਪਰ ਉੱਥੇ ਜੀਵਨ ਦਰਿਆ ਵਾਂਗ ਚੱਲਦਾ ਹੈ। ਜਿਵੇਂ ਕਈ ਵਾਰੀ ਦਰਿਆ ਸੁੱਕਾ ਹੁੰਦਾ ਹੈ, ਕਈ ਵਾਰੀ ਸਭ ਕੁਝ ਰੁੜਾ ਕੇ ਲੈ ਜਾਂਦਾ ਹੈ। ਮਾਮਾ ਜੀ ਨੇ ਸਾਨੂੰ ਹੜ੍ਹਾਂ ਸੋਕਿਆਂ ਵੇਲੇ ਵੀ ਹੌਸਲੇ ਦੇ ਹੀ ਰੱਖਿਆ। ਉਹਨਾਂ ਦਾ ਪਿਆਰ ਤਾਂ ਹੁਣ ਵੀ ਪਹਿਲੇ ਜਿੰਨਾ ਹੀ ਹੈ। ਜਦੋਂ ਮੈਂ ਮੈਂਟਲ ਹਸਪੀਟਲ ਐਡਮਿਟ ਸੀ, ਮੇਰਾ ਕੋਈ ਵੀ ਰਿਲੇਟਡ ਮੈਨੂੰ ਮਿਲਣ ਨਹੀਂ ਸੀ ਆ ਸਕਦਾ। ਮੈਂ 8-9 ਮਹੀਨੇ ਡਾਕਟਰਾਂ ਦੀ ਸੁਪਰਵਿਜ਼ਨ 'ਚ ਰਹੀ ਸੀ। 6 ਮਹੀਨੇ ਬਾਅਦ ਮੈਨੂੰ ਪੁੱਛਿਆ ਗਿਆ, ਤੂੰ ਕਿਹਨੂੰ ਮਿਲਣਾ ਚਾਹੁੰਦੀ ਹੈ? ਮੈਂ ਸੰਤੋਖ ਮਾਮੇ ਦਾ ਨਾਂ ਲਿਆ ਸੀ। ਮਾਮੇ ਤੋਂ ਪਹਿਲਾਂ ਬਾਪੂ ਜੀ, ਪਵੇਲ ਤੇ ਜਗਦੀਪ ਸਰ ਤੇ ਚਿਹਰੇ ਮੇਰੇ ਸਾਹਮਣੇ ਆਏ ਸਨ। ਉਹ ਤਿੰਨੇ ਇੰਡੀਆ ਸਨ। ਜਦੋਂ ਮੈਂ ਕਾਲਜ ਪੜ੍ਹਦੀ ਸੀ, ਉੱਥੇ ਕਵਿਤਾ ਤੇ ਭਾਸ਼ਣ ਮੁਕਾਬਲੇ ਹੋਏ ਸਨ। ਮੈਂ ਝੋਨਾ ਝਾੜਦੀ ਕੁੜੀ ਦੀ ਵੇਦਨਾ ਕਵਿਤਾ ਲਿਖ ਕੇ ਬੋਲੀ ਸੀ। ਮੈਂ ਕੋਈ ਪਲੇਸ ਨਹੀਂ ਲੈ ਸਕੀ ਸੀ। ਇੱਕ ਮਾੜਕੂ ਜਿਹੇ ਮੁੰਡੇ ਨੇ ਆ ਕੇ ਘੇਰਿਆ ਸੀ। ਉਹ ਮੇਰੀ ਕਵਿਤਾ ਦੀ ਪ੍ਰਸ਼ੰਸਾ ਕਰਦਾ ਰਿਹਾ। ਉਹ ਸਟੂਡੈਂਟ ਯੂਨੀਅਨ ਦਾ ਲੀਡਰ ਪਵੇਲ ਸੀ। ਉਹ ਦੇਖਣ ਪਾਖਣ ਨੂੰ ਚੰਗਾ, ਬੋਲ ਬਾਣੀ ਤੋਂ ਸਾਊ ਸੀ, ਪਰ ਬਹੁਤ ਸੋਹਣਾ ਨਹੀਂ ਸੀ। ਉਹਦੇ ਕੱਪੜੇ ਬੜੇ ਸਿੰਪਲ ਹੁੰਦੇ ਸਨ। ਜਦੋਂ ਵੀ ਮਿਲਦਾ, ਸਮਾਜ ਬਦਲਣ ਵਾਲੀਆਂ ਕਵਿਤਾਵਾਂ ਲਿਖਣ ਲਈ ਪ੍ਰੇਰਦਾ। ਮੇਰੇ ਵੱਲ ਚੋਰ ਅੱਖ ਨਾਲ ਦੇਖਦਾ। ਜਦੋਂ ਮੈਂ ਦੇਖਦੀ, ਉਹ ਨੀਵੀਂ ਪਾ ਲੈਂਦਾ। ਉਹਨੂੰ ਮੇਰੇ ਕੇਸ ਅਪਲਾਈ ਹੋਣ ਦਾ ਪਤਾ ਲੱਗਾ ਤਾਂ ਉਹ ਡਰਦਾ ਡਰਦਾ ਮੇਰੇ ਕੋਲ ਆਇਆ ਸੀ। ਗੁਰਵਿੰਦਰ ਕੌਰ ਜੀ, ਤੁਹਾਨੂੰ ਪਤਾ ਹੋਣਾ ਮੇਰੇ ਦਿਲ 'ਚ ਕੀ ਹੈ। ਮੈਥੋਂ ਕਹਿ ਨਹੀਂ ਹੁੰਦਾ। ਮੈਨੂੰ ਪਤਾ ਲੱਗਿਆ ਤੁਸੀਂ ਵਿਦੇਸ਼ ਜਾ ਰਹੇ ਹੋ। ਤੁਸੀਂ ਨਾ ਜਾਓ। ਜ਼ਿੰਦਗੀ ਅਸਲ ਵਿੱਚ ਚੰਗੇ ਵਿਚਾਰਾਂ ਵਾਲੇ ਸਾਥੀ ਨਾਲ ਜਿਉਣ ਦਾ ਨਾਂ। ਜ਼ਿੰਦਗੀ ਸੰਤੋਖ ਮਾਮੇ ਦੀ ਧੀ ਲਵ ਮੇਰੀ ਖਾਸ ਸਹੇਲੀ ਹੈ। ਉਹ ਹਰ ਵਾਰ ਫੋਨ ਕਰਨ ਵੇਲੇ ਇੱਕ ਗੱਲ ਤੇ ਜ਼ਰੂਰ ਜ਼ੋਰ ਦਿੰਦੀ, ਐਵੇਂ ਨਾ ਇੰਡੀਆ ਕਿਸੇ ਨੂੰ ਵਿਆਹ ਲਈ ਹਾਂ ਕਰ ਆਈ। ਸਾਰੀ ਉਮਰ ਟੱਬਰ ਮੰਗਵਾਉਂਦੀ ਤੇ ਉਹਨਾਂ ਨੂੰ ਸੈੱਟ ਕਰਦੀ ਮਰ ਜਾਊਂ। ਜੇ ਮੌਜਾਂ ਲੈਣੀਆਂ, ਇੱਥੇ ਕਿਸੇ ਅਮੀਰ ਗੋਰੇ ਕਾਲੇ ਨਾਲ ਮੈਰਿਜ ਕਰਵਾਵਾਂਗੀਆਂ। ਨਾ ਟੱਬਰ ਮੰਗਵਾਉਣ ਦਾ ਝੰਜਟ ਤੇ ਨਾ ਉਹਨਾਂ ਨੂੰ ਸੈੱਟ ਕਰਨ ਦਾ। ਮੈਨੂੰ ਆਪਣੇ ਰੰਗ ਰੂਪ ਤੇ ਸੁਹੱਪਣ ਉੱਤੇ ਮਾਣ ਵੀ ਸੀ। ਮੈਂ ਦਿਲ 'ਚ ਕਿਸੇ ਗੋਰੇ ਨੂੰ ਲਾਈਫ ਪਾਰਟਨਰ ਬਣਾਉਣ ਦਾ ਫੈਸਲਾ ਕੀਤਾ ਹੋਇਆ ਸੀ। ਪਵੇਲ ਕਿੰਨਾ ਚਿਰ ਬੋਲਦਾ ਰਿਹਾ ਸੀ। ਮੈਂ ਨਾ ਹਾਂ ਕੀਤੀ ਨਾ ਕੀਤੀ। ਤੇ ਜਦੋਂ ਮੈਂ ਹਸਪਤਾਲ 'ਚ ਸੀ, ਮੈਨੂੰ ਉਹ ਬੜਾ ਯਾਦ ਆਇਆ। ਮੈਂ ਚਾਹੁੰਦੀ ਸੀ ਕਿ ਮੇਰੇ ਕੋਲ ਹੁੰਦਾ। ਜਿਹੜੇ ਬੰਦੇ ਬਿਮਾਰ ਸਮਾਜ ਦਾ ਇਲਾਜ ਕਰਨ ਵਾਲੇ ਹੋਣ, ਉਹ ਬਿਮਾਰ ਬੰਦਿਆਂ ਨੂੰ ਤਾਂ ਝੱਟ ਠੀਕ ਕਰ ਦਿੰਦੇ ਹਨ, ਮਾਮਾ ਜੀ ਅਕਸਰ ਕਹਿੰਦੇ ਹਨ। ਪਰ ਮੇਰੇ ਕੋਲ ਪਵੇਲ ਦਾ ਕੋਈ ਕੰਟੈਕਟ ਨੰਬਰ ਨਹੀਂ ਸੀ। ਹਾਂ, ਜਗਦੀਪ ਸਰ ਪਹਿਲਾਂ ਮੇਰੇ ਕੰਟੈਕਟ ਵਿੱਚ ਸਨ। ਉਹ ਤਾਂ ਕਈ ਸਾਲ ਮੈਨੂੰ ਫੋਨ ਕਰਦੇ ਰਹੇ ਤੇ ਈਮੇਲ ਵੀ ਭੇਜਦੇ ਰਹੇ। ਤੇ ਜਦੋਂ ਸੰਤੋਖ ਮਾਮਾ ਜੀ ਨੇ ਕੰਪਿਊਟਰ ਦੀ ਗ੍ਰੈਜੂਏਸ਼ਨ ਕਰਨ ਤੇ ਜ਼ੋਰ ਪਾਇਆ, ਮੈਂ CMC ਇੰਸਟੀਚਿਊਟ 'ਚ ਜਾਣ ਲੱਗ ਪਈ ਸੀ। ਇਹ ਪ੍ਰਾਈਵੇਟ ਕਾਲਜ 2-4 ਕਮਰਿਆਂ ਵਾਲੇ ਇੱਕ ਚੁਬਾਰੇ 'ਚ ਚੱਲਦਾ ਸੀ। ਮੈਂ ਇੱਥੋਂ ਹੀ BCA ਤੇ ਇੱਥੋਂ ਹੀ MCA ਕੀਤੀ। ਜਗਦੀਪ ਸਿੰਘ ਸਰ ਮੇਰੇ ਟੀਚਰ ਸਨ। ਉਹ ਮੇਰੇ ਨਾਲੋਂ ਉਮਰ 'ਚ 3 ਸਾਲ ਵੱਡੇ ਸਨ। ਉਹ ਮੇਰੇ ਤੇ ਖਾਸ ਤਵੱਜੋ ਦਿੰਦੇ ਸਨ। ਉਹਨਾਂ ਦੀ ਪਰਸਨੈਲਿਟੀ ਬਹੁਤ ਸੀ। ਉਹ ਟਾਈ ਲਾ ਕੇ ਤੇ ਹੋਰ ਵੀ ਪ੍ਰਭਾਵਸ਼ਾਲੀ ਲੱਗਦੇ ਸਨ। ਉਹਨਾਂ ਦੀਆਂ ਡਰੈਸਿਸ ਕਮਾਲ ਦੀਆਂ ਹੁੰਦੀਆਂ ਸਨ। ਉਹ ਇੰਗਲਿਸ਼ ਵੀ ਫਰਾਟੇਦਾਰ ਬੋਲਦੇ ਸਨ। ਉਹ ਅਕਸਰ ਮੈਨੂੰ ਬਾਈਕ ਤੇ ਰਾਈਡ ਦਿੰਦੇ। ਉਹਨਾਂ ਦੀਆਂ ਉਂਗਲਾਂ ਜ਼ਿਆਦਾਤਰ ਮੇਰੇ ਕੀਬੋਰਡ ਤੇ ਨੱਚਦੀਆਂ ਤੇ ਹੱਥ ਮਾਊਸ ਨੂੰ ਕਲਿੱਕ ਕਰਦੇ ਮੇਰੇ ਹੱਥਾਂ ਨੂੰ ਛੋਹ ਜਾਂਦੇ। ਪਵੇਲ ਆਕੜਖੋਰ, ਸਵੈਮਾਨ ਵਾਲਾ ਤੇ ਸੰਗਾਊ ਮੁੰਡਾ ਸੀ। ਸਰ ਤਾਂ ਮੇਰੇ ਤੇ ਜਾਨ ਛਿੜਕਦੇ ਸਨ। ਮੈਨੂੰ ਇਹੋ ਜਿਹੇ ਮਰਦ ਪਸੰਦ ਹਨ ਜਿਹੜੇ ਵੈਲ ਡਰੈਸਡ ਹੋਣ ਤੇ ਮੇਰੇ ਇੱਕ ਇਸ਼ਾਰੇ 'ਚ ਨੱਚਦੇ ਫਿਰਨ। ਲਵ ਕਹਿ ਰਹੀ ਸੀ, ਗੋਰੇ ਤਾਂ ਆਪਣੀਆਂ ਗਰਲ ਫਰੈਂਡਸ ਦੀ ਬਹੁਤ ਕੇਅਰ ਕਰਦੇ ਹਨ, ਪਿਆਰ 'ਚ ਡੁੱਬ ਜਾਂਦੇ ਹਨ। ਮੇਰੀ ਇੱਕ ਸੀਨੀਅਰ ਕੁੜੀ ਫੈਮਿਲੀ ਕੇਸ ਦੇ ਆਧਾਰ ਤੇ ਕੈਨੇਡਾ ਜਾ ਰਹੀ ਸੀ। ਉਹਨੇ ਮੈਨੂੰ ਮੈਸੇਜ ਕੀਤਾ ਸੀ, ਜਗਦੀਪ ਸਿੰਘ ਸਰ ਸਿਰਫ ਵਿਦੇਸ਼ ਜਾਣ ਦੇ ਚਾਹਵਾਨ ਹਨ। ਕੁਝ ਸਮਾਂ ਮੇਰੇ ਨਾਲ ਵੀ ਬਿਜ਼ੀ ਰਹੇ ਹਨ। ਮੈਂ ਤਾਂ ਡਰ ਗਈ ਸੀ ਕਿ ਕੈਨੇਡਾ ਜਾ ਕੇ ਛੱਡ ਹੀ ਨਾ ਦੇਵੇ। ਬਾਕੀ ਤੂੰ ਦੇਖ ਲਈ। ਫਿਰ ਤਾਂ ਮੈਂ ਡਿਗਰੀ ਲੈਣ ਦੀ ਕੀਤੀ। ਉਂਝ ਵੀ ਮੈਂ ਬਾਪੂ ਜੀ ਦੇ ਵਚਨਾਂ ਨਾਲ ਨਿਭੜਨ ਚਾਹੁੰਦੀ ਸੀ। ਉਹ ਮੈਨੂੰ ਫੋਨ ਵੀ ਕਰਦਾ ਤੇ ਚੈਟ ਵੀ ਕਰਦਾ ਰਹਿੰਦਾ। ਇੰਡੀਅਨ ਨਾਲ ਵਿਆਹ ਨਾ ਕਰਵਾਉਣ ਦਾ ਤਾਂ ਮੈਂ ਲਵ ਨਾਲ ਪ੍ਰੋਮਿਸ ਕੀਤਾ ਹੋਇਆ ਸੀ ਤੇ ਮੇਰੇ ਸੁਪਨਿਆਂ ਦਾ ਰਾਜਕੁਮਾਰ ਤਾਂ ਇੱਥੇ ਹੀ ਕਿਤੇ ਸੀ। ਜਿਵੇਂ ਮੈਂ ਆਪਣੀ ਫੈਮਿਲੀ ਨਾਲ ਕੈਲੀਫੋਰਨੀਆ ਪੁੱਜੀ, ਕੇਲੇ ਦੀ ਸ਼ਕਲ ਵਰਗੀ ਇਸ ਧਰਤੀ ਤੇ ਮੇਰੇ ਪੱਬ ਨਾ ਲੱਗਣ। ਕਿੱਥੇ ਉਬੜਿਆ ਖਬੜਿਆ ਸਤਲੁਜ ਦਰਿਆ ਤੇ ਪਾਣੀ ਦਾ ਮਾਰਿਆ ਬੇਟ, ਕਿੱਥੇ ਸਾਫ਼ ਸੁਥਰਾ ਤੇ ਕਲ ਵਗਦਾ ਮਹਾਸਾਗਰੀ ਤੱਟ, ਬੀਚ, ਝੀਲਾਂ ਦਾ ਸੁਹੱਪਣ, ਪਰਬਤ ਤੇ ਵਾਦੀਆਂ ਦੇ ਮਨਮੋਹਕ ਦ੍ਰਿਸ਼, ਜਵਾਲਾਮੁਖੀ, ਬਰਫ਼, ਥਲ, ਰੈਡਵੁੱਡ ਤੇ ਦਰਖਤ ਸਭ ਆਪਣੇ ਵੱਲ ਨੂੰ ਖਿੱਚ ਰਹੇ ਸਨ। ਜਦੋਂ ਮੈਂ ਯੋਸੇਮਿਟੀ, ਸੈਨ ਫਰਾਂਸਿਸਕੋ, ਲਾਸ ਐਂਜਲਸ, ਲਾਸ ਵੇਗਸ, ਸੈਨ ਹੋਜ਼ੇ, ਫ੍ਰੇਜ਼ਨੋ, ਸੈਕਰਾਮੈਂਟੋ ਤੇ ਬੇ ਏਰੀਏ ਦੀਆਂ ਚਮਤਕਾਰੀ ਥਾਵਾਂ ਦੇਖੀਆਂ ਤੇ ਮੇਰੇ ਹੋਸ਼ ਉੱਡ ਗਏ। ਜਿਵੇਂ ਮੈਂ ਸਵਰਗ 'ਚ ਆ ਗਈ ਹੋਵਾਂ ਤੇ ਮੈਂ ਇਸ ਸਵਰਗ 'ਚ ਅਪਸਰਾ ਹੋਵਾਂ। ਬੇਟ ਮੇਰੇ ਕੀ ਚੇਤੇ ਰਹਿਣਾ ਸੀ। ਵੀਕਐਂਡ ਤੇ ਮਹਾਸਾਗਰ ਦੀਆਂ ਲਹਿਰਾਂ ਦੇਖਣ ਤੁਰੇ ਰਹਿਣਾ। ਮੈਨੂੰ ਇੱਕ ਰੈਸਟੋਰੈਂਟ 'ਚ ਜੌਬ ਮਿਲ ਗਈ ਸੀ।
ਰੈਸਟੋਰੈਂਟ ਦੇ ਓਨਰ ਨੇ ਮੈਨੂੰ ਸ਼ਾਇਦ ਮੇਰੀ ਹਾਈਟ ਤੇ ਬਿਊਟੀ ਦੇਖ ਕੇ ਹੀ ਹਾਇਰ ਕਰ ਲਿਆ ਸੀ। 5 ਦਿਨ ਨਿੱਠ ਕੇ ਕੰਮ ਕਰੋ, ਬਾਅਦ 'ਚ ਵੀਕਐਂਡ ਤੇ ਦੱਬ ਕੇ ਖਾਓ ਪੀਓ ਐਸ਼ ਕਰੋ। ਇਹ ਇੱਥੋਂ ਦਾ ਕਲਚਰ ਹੈ। ਲਵ ਵੀ ਕਾਲਜ ਤੋਂ ਫ੍ਰੀ ਹੋ ਕੇ ਆ ਜਾਂਦੀ, ਅਸੀਂ ਰੱਜ ਕੇ ਫਨ ਕਰਦੀਆਂ। ਮੈਨੂੰ ਉਹ ਝੂਠਾ ਪਵੇਲ ਯਾਦ ਆ ਜਾਂਦਾ। ਇੱਕ ਦਿਨ ਕਹਿਣ ਲੱਗਾ, ਅਮਰੀਕੀ ਸਿਸਟਮ ਬੰਦੇ ਦੀ ਆਤਮਾ ਨੂੰ ਮਾਰ ਦਿੰਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਲੋਹਾ ਪਿਘਲਾ ਕੇ ਸਾਂਚੇ 'ਚ ਢਾਲ ਲਿਆ ਜਾਂਦਾ ਹੈ ਤੇ ਮਨਪਸੰਦ ਪੁਰਜ਼ਾ ਬਣਾ ਲਿਆ ਜਾਂਦਾ ਹੈ। ਉੱਥੇ ਬੰਦੇ ਤਾਂ ਖਤਮ ਹੋ ਜਾਂਦੇ ਹੈ, ਪਰ ਬਸ ਪੁਰਜੇ ਹੀ ਰਹਿ ਜਾਂਦੇ ਆ। ਉਹ ਸ਼ਾਇਦ ਇੰਡੀਆ ਦੀ ਗਰੀਬੀ, ਜਾਤੀ ਪਾਤੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਕੁਝ ਹੀ ਨਿਆਂ ਪ੍ਰਣਾਲੀ ਵਾਲੇ ਸਿਸਟਮ ਨੂੰ ਜ਼ਿੰਦਗੀ ਕਹਿ ਰਿਹਾ ਸੀ। ਸੋਚਿਆ, ਕਾਕਾ ਪਵੇਲ, ਜੀਵਨ ਤਾਂ ਇੱਥੇ ਹੈ। ਮੈਨੂੰ ਤਾਂ ਇਹ ਧਰਤੀ ਦਾ ਟੋਟਾ ਨਹੀਂ ਸੀ ਲੱਗਿਆ, ਕੋਈ ਦੂਰ ਦਾ ਗ੍ਰਹਿ ਜਿੱਥੇ ਸਵਰਗ ਹੋਵੇ ਤੇ ਉੱਤੇ ਹੁਣ ਦੇਵੀਆਂ ਤੇ ਦੇਵਤੇ। ਇੱਥੇ ਰੌਸ਼ਨੀ 'ਚ ਜਰਨੈਲੀ ਸੜਕਾਂ ਸਾਫ਼ ਦਿਸਦੀਆਂ ਹਨ ਤੇ ਇੰਡੀਆ ਦੀਆਂ ਬੰਦੇ ਖਾਣੀਆਂ ਸੜਕਾਂ ਮੈਨੂੰ ਡੈਡੀ ਦਾ ਚੀਥੜੇ ਹੋਇਆ ਸਰੀਰ ਦਿਸਿਆ ਹੈ। ਪਾਰਕ ਵਿਆਹ ਵਾਲੇ ਘਰ ਵਾਂਗ ਸਜੇ ਰਹਿੰਦੇ ਹਨ। ਵਿੰਗ ਵਲੇਵੇਂ ਖਾਂਦੇ ਰਾਹਾਂ ਚੂਚੀਆਂ ਨੀਵੀਆਂ, ਕਿਤੇ ਸੁੱਕੀਆਂ, ਕਿਤੇ ਹਰੀਆਂ, ਕਿਤੇ ਗੋਲਡਨ ਕਲਰ ਦੀਆਂ ਪਹਾੜੀਆਂ ਸਨ। ਸੜਕਾਂ ਦੇ ਦੋਵੇਂ ਪਾਸੇ ਅੰਗੂਰਾਂ, ਬਦਾਮਾਂ, ਚੈਰੀਆਂ, ਸਟ੍ਰਾਬੇਰੀਆਂ, ਸਬਜ਼ੀਆਂ ਦੇ ਫਾਰਮ ਆਪਣੇ ਵੱਲ ਧਿਆਨ ਖਿੱਚਦੇ ਹਨ। ਪਹਿਲੇ 12 ਮਹੀਨੇ ਅਸੀਂ ਸੈਂਟਾ ਕਲਾਰਾ ਮਾਮਾ ਜੀ ਦੇ ਘਰ ਹੀ ਰਹੇ। ਅਮਨ ਨੂੰ ਕਲੀਨ ਅਪ ਦਾ ਕੰਮ ਮਿਲ ਗਿਆ ਸੀ, ਉਹ ਸੈਟਿਸਫਾਈ ਸੀ। ਗਗਨ ਨੂੰ ਸਕੂਲ ਦੀ ਗ੍ਰੈਜੂਏਸ਼ਨ ਕਰਵਾਈ, ਉਹ ਤੋਂ ਬਾਅਦ ਉਸ ਪੜ੍ਹਾਈ ਤੋਂ ਹੱਥ ਖੜੇ ਕਰਤੇ। ਮਾਮਾ ਜੀ ਨੇ ਆਪਣਾ ਇੱਕ ਛੋਟਾ ਜਿਹਾ ਸਟੋਰ ਉਹਦੇ ਸਪੁਰਦ ਕਰ ਦਿੱਤਾ। ਮੰਮੀ ਨੇ ਵੀ ਪਹਿਲੇ 7-8 ਸਾਲ ਸਖਤ ਲੇਬਰ ਕੀਤੀ। ਉਹ ਕਿਸੇ ਘਰ ਬਜ਼ੁਰਗਾਂ ਦੀ ਕੇਅਰ ਟੇਕਰ ਸੀ। ਮੈਂ ਰੈਸਟੋਰੈਂਟ 'ਚ ਵੇਟਰ ਦਾ ਕੰਮ ਕਰਦੀ ਸੀ। ਇਹ ਕੰਮ ਮੈਨੂੰ ਪਸੰਦ ਨਹੀਂ ਸੀ। ਮੈਂ ਮਜਬੂਰੀ 'ਚ 2 ਸਾਲ ਇਹ ਜੌਬ ਕੀਤੀ ਤੇ ਜਦੋਂ ਮੈਨੂੰ ਲੈਂਗੁਏਜ ਦੀ ਪ੍ਰੋਬਲਮ ਨਾ ਰਹੀ ਤਾਂ ਮੈਂ ਹੋਰ ਜੌਬ ਲੱਭਣੀ ਸ਼ੁਰੂ ਕੀਤੀ। ਇੱਕ ਹੋਰ ਰੈਸਟੋਰੈਂਟ 'ਚ ਮੈਨੂੰ ਰਿਸੈਪਸ਼ਨਿਸਟ ਦੀ ਜੌਬ ਮਿਲ ਗਈ। ਇੱਥੇ ਕੁਪਰਟੀਨੋ ਸ਼ਹਿਰ 'ਚ ਮੈਨੂੰ ਕੰਮ ਦਾ ਕੀ ਘਾਟਾ ਸੀ। ਮੈਂ ਮਨ 'ਚ ਘਰ ਵਸਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਸੋਚਣ ਲੱਗੀ। ਲਵ ਨੇ ਮੇਰੇ 2 ਕੁ ਬॉयਫ੍ਰੈਂਡ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਸਟੂਡੈਂਟ ਸਨ। ਮੈਂ ਕਿਸੇ ਵੈਲ ਸੈਟਲਡ ਗੋਰੇ ਦੀ ਤਲਾਸ਼ 'ਚ ਸੀ, ਪਰ ਗੋਰਾ ਕੋਈ ਮਿਲਿਆ ਹੀ ਨਹੀਂ। ਬਾਪੂ ਜੀ ਤੇ ਮੰਮੀ ਮੇਰੇ ਤੇ ਵਿਆਹ ਲਈ ਜ਼ੋਰ ਪਾਉਣ ਲੱਗੇ। ਬਾਪੂ ਜੀ ਨੂੰ ਤਾਂ ਫੋਨ ਤੇ ਵਿਆਹ ਤੋਂ ਬਿਨਾਂ ਹੋਰ ਕੋਈ ਗੱਲ ਔੜਦੀ ਨਹੀਂ ਸੀ। ਉਹ ਮਾਮਾ ਜੀ ਨੂੰ ਵੀ ਚਿੰਤਾ 'ਚ ਪਾ ਦਿੰਦੇ। ਮਾਮਾ ਜੀ ਨੇ ਕਿਸੇ ਜਾਣੂ ਦੇ ਭਤੀਜੇ ਪਵਨ ਦਾ ਰਿਸ਼ਤਾ ਮੇਰੇ ਲਈ ਲਿਆਂਦਾ। ਟਰੱਕ ਡਰਾਈਵਰ ਸੁਣਦੇ ਹੀ ਮੈਂ ਸਾਫ਼ ਨਾ ਕਰਤੇ। ਮਾਮਾ ਜੀ ਨੇ ਹਾਰ ਕੇ ਅਮਨ ਦਾ ਵਿਆਹ ਉਸ ਨਾਲ ਕਰ ਦਿੱਤਾ। 6-7 ਮਹੀਨੇ ਬਾਅਦ ਮੈਂ ਬਿਮਾਰ ਹੋ ਗਈ। ਮੈਨੂੰ ਅਮਨ ਦੇ ਘਰ ਨਾਲ ਈਰਖਾ ਹੋਣ ਲੱਗੀ। ਪਵਨ ਦਾ ਆਪਣਾ ਟਰੱਕ ਸੀ। ਉਹਦੇ 4-5 ਟਰੱਕਾਂ ਵਾਲੇ ਦੋਸਤ ਨੇ ਟਰੱਕਿੰਗ ਕੰਪਨੀ ਬਣਾਈ ਹੋਈ ਸੀ। ਉਹਨਾਂ ਉਸ ਕੰਪਨੀ ਦੀ ਜ਼ਿੰਮੇਵਾਰੀ ਅਮਨ ਨੂੰ ਸੰਭਾਲ ਦਿੱਤੀ। ਉਹ ਘਰ ਬੈਠੀ ਡਿਸਪੈਚ ਦਾ ਕੰਮ ਕਰਨ ਲੱਗੀ। ਉਹਨਾਂ ਕੋਲ ਘਰ ਵੀ ਡਬਲ ਸਟੋਰੀ ਸੀ। ਪਵਨ ਜੀਜੂ ਤਾਂ ਜ਼ਿਆਦਾ ਹੀ ਫੜਾ ਮਾਰਦਾ। ਮੇਰੀ ਸਹਿਣ ਸ਼ਕਤੀ ਜਵਾਬ ਦੇਣ ਲੱਗੀ। ਗਗਨ ਦਾ ਸਟੋਰ ਵੀ ਵਧੀਆ ਚੱਲਣ ਲੱਗ ਪਿਆ ਸੀ। ਉਹ ਇੰਨੇ ਸਾਲ ਮੇਰੇ ਤੋਂ ਮੰਗ ਕੇ ਖਾਂਦਾ ਰਿਹਾ, ਹੁਣ ਮੇਰਾ ਹਾਲ ਵੀ ਨਾ ਪੁੱਛਿਆ। ਮੰਮੀ ਨੂੰ ਗੱਲ ਹੀ ਸਮਝ ਨਹੀਂ ਸੀ ਆ ਰਹੀ। ਸਭ ਮੈਨੂੰ ਪਲੈਨਡ ਇਗਨੋਰ ਕਰਨ ਲੱਗ ਪਏ ਸਨ। ਮੈਨੂੰ ਉਹਨਾਂ ਦੋਵਾਂ ਦੇ ਮੁਕਾਬਲੇ ਰੈਸਟੋਰੈਂਟ ਦੀ ਜੌਬ ਮਾੜੀ ਲੱਗੀ। ਮੈਂ ਕੰਪਿਊਟਰ ਦੀ ਪੋਸਟ ਗ੍ਰੈਜੂਏਟ ਤੇ ਇੱਕ ਦਿਨ ਇੱਕ ਕਾਲੀ ਆਪਣੇ ਬੇਬੀ ਨੂੰ ਲੈ ਕੇ ਰੈਸਟੋਰੈਂਟ 'ਚ ਡਿਨਰ ਕਰਨ ਆਈ। ਬੇਬੀ ਟਿਕ ਨਹੀਂ ਸੀ ਰਿਹਾ। ਉਹ ਮੈਂਟਲੀ ਅਪਸੈਟ ਲੱਗ ਰਿਹਾ ਸੀ। ਉਹ ਕੁਝ ਮਿੰਟ ਠੀਕ ਲੱਗੇ, ਕੁਝ ਮਿੰਟ ਬਾਅਦ ਬੇਚੈਨੀ 'ਚ ਆਪਣੀਆਂ ਬੋਦੀਆਂ ਪੁੱਟਣ ਲੱਗ ਜਾਏ। ਮੈਂ ਆਪਣੀ ਮਾਂ ਦੇ ਢਿੱਡ 'ਚ ਮੁੱਕੇ ਮਾਰਨ ਲੱਗ ਪਵੇ। ਉਹਦੀ ਮਾਂ 'ਚ ਬੜਾ ਸਬਰ ਸੀ। ਉਹ ਮੁਸਕਰਾਉਂਦੀ ਰਹੀ, ਆਪਣੇ ਬੇਬੀ ਨੂੰ ਗੋਦੀ ਲੈ ਕੇ ਚੁੰਮਦੀ, ਚੱਟਦੀ, ਸ਼ਾਂਤ ਕਰਦੀ, ਖਾਣਾ ਖਵਾਉਣ ਲੱਗ ਪਈ। ਮੇਰੀ ਮੰਮੀ ਵੀ ਕੁਛ ਇਹੋ ਹੀ ਕਰਦੀ, ਪਰ ਮੈਂ ਜੌਬ ਛੱਡ ਕੇ ਆਪਣੇ ਰੂਮ 'ਚ ਪਈ ਰਹਿੰਦੀ। ਮੈਨੂੰ ਪਸੀਨਾ ਬਹੁਤ ਆਉਂਦਾ ਸੀ, ਘਬਰਾਹਟ ਹੋਣ ਲੱਗ ਪੈਂਦੀ, ਇਕੱਲੀ ਬੋਲਣ ਲੱਗ ਪੈਂਦੀ, ਕੂਕ ਵੱਜ ਜਾਂਦੀ, ਡਰ ਕੇ ਉੱਠ ਪੈਂਦੀ, ਹਵਾ 'ਚ ਉਂਗਲੀਆਂ ਖੜੀਆਂ ਕਰ ਲੈਂਦੀ। ਮੰਮੀ ਤੇ ਮਾਮਾ ਜੀ ਮੈਨੂੰ ਇੱਕ ਸਾਈਕੈਟ੍ਰਿਕ ਕੋਲ ਲੈ ਗਏ। ਮੈਂ 3 ਲੋਕਾਂ 'ਚ ਘਿਰੀ ਹੋਈ ਹਾਂ, ਰੈਸਟੋਰੈਂਟ, ਘਰ ਤੇ ਕਿਸੇ ਹੋਰ ਗ੍ਰਹਿ ਦੇ ਵਾਸੀ। ਸਾਈਕੈਟ੍ਰਿਕ ਦੇ ਪੁੱਛਣ ਤੇ ਮੈਂ ਦੱਸਿਆ ਸੀ, ਮੈਂ ਜਦੋਂ ਜ਼ਿਆਦਾ ਪ੍ਰੋਬਲਮ 'ਚ ਘਿਰ ਜਾਂਦੀ ਗੁਰਦੁਆਰਾ ਸਾਹਿਬ ਚਲੀ ਜਾਂਦੀ, ਘਰ ਚਿਰਾਗ ਬਾਲ ਲੈਂਦੀ, ਥੋੜੇ ਚਿਰ ਲਈ ਸ਼ਾਂਤ ਵੀ ਹੋ ਜਾਂਦੀ, ਪਰ ਮੁੜ ਉਸ ਸਥਿਤੀ 'ਚ ਚਲੀ ਜਾਂਦੀ। ਮੈਂ ਉਸ ਕਾਲੇ ਮੁੰਡੇ ਵਾਂਗ ਆਪਣੀਆਂ ਮਿੱਡੀਆਂ ਪੁੱਟਣ ਲੱਗ ਪੈਂਦੀ। 5 ਦਿਨ ਡਾਕਟਰ ਮੇਰੀਆਂ ਹਰਕਤਾਂ ਨੋਟ ਕਰਦੇ ਰਹੇ। ਫਿਰ ਉਹਨਾਂ ਇੱਕ ਕੁਐਸਚਨੇਅਰ ਤਿਆਰ ਕੀਤਾ। ਮੈਨੂੰ ਜਵਾਬ ਲਿਖਣ ਲਈ ਕਿਹਾ ਗਿਆ। ਮਸਲਨ, ਪਹਿਲਾ ਪ੍ਰਸ਼ਨ, ਤੁਹਾਡੇ ਘਰ 'ਚ ਸਭ ਤੋਂ ਸੋਹਣਾ ਤੇ ਸਿਆਣਾ ਬੰਦਾ ਕੌਣ ਹੈ? ਮੈਂ ਆਪਣਾ ਨਾਮ ਲਿਖਿਆ। ਦੂਸਰਾ, ਘਰ ਤੇ ਬਾਹਰ ਦੇ ਕੰਮ ਕਿਵੇਂ ਹੋਣੇ ਚਾਹੀਦੇ ਹੈ?
ਜਵਾਬ, ਮੇਰੀ ਮਰਜ਼ੀ ਮੁਤਾਬਕ। ਤੀਸਰਾ, ਘਰ ਦਾ ਪ੍ਰਬੰਧ ਕੌਣ ਚਲਾਵੇ? ਹਿਸਾਬ ਮੇਰੇ ਕੋਲ ਹੋਣਾ ਚਾਹੀਦਾ ਹੈ। ਚੌਥਾ, ਪਤੀ ਕਿਹੋ ਜਿਹਾ ਚਾਹੀਦਾ ਹੈ? ਜਵਾਬ, ਜਿਹੜਾ ਮੇਰੇ ਅੱਗੇ ਪਿੱਛੇ ਘੁੰਮੇ, ਘਰ ਦੇ ਸਾਰੇ ਮੈਂਬਰ ਮੇਰੇ ਕਹੇ ਅਨੁਸਾਰ ਚੱਲਣ। ਇਹੋ ਜਿਹੇ ਕੋਈ 25 ਸਵਾਲ ਸਨ ਤੇ ਮੈਂ ਬਾਕੀਆਂ ਦੇ ਜਵਾਬ ਹੀ ਨਹੀਂ ਦਿੱਤੇ। ਮੇਰੇ ਕਈ ਟੈਸਟ ਕੀਤੇ, MRI ਤੇ CT ਸਕੈਨ ਵੀ ਕੀਤਾ। ਅੰਤ ਡਾਕਟਰ ਮੰਮੀ ਤੇ ਮਾਮਾ ਜੀ ਨੂੰ ਕਹਿਣ ਲੱਗਾ, ਇਹ ਮਾਨਸਿਕ ਰੋਗਣ ਨਹੀਂ ਹੈ, ਇਹ ਪਰਸਨੈਲਿਟੀ ਡਿਸਆਰਡਰ ਦੀ ਸ਼ਿਕਾਰ ਹੈ। ਇਹ ਉਹ ਰੋਗ ਹੈ ਜੋ ਕੰਟਰੋਲ ਕੀਤਾ ਜਾ ਸਕਦਾ ਹੈ, ਖਤਮ ਨਹੀਂ। ਸਾਰੇ ਜੀ ਰੋਗੀ ਪ੍ਰਤੀ ਆਪਣਾ ਵਿਹਾਰ ਬਦਲੋ, ਇਹਨੂੰ ਫੁੱਲ ਰਿਸਪੈਕਟ ਦਿਓ। ਪਵਨ ਨੇ ਮੈਨੂੰ ਡਾਕਟਰ ਦੇ ਬੋਲਾਂ ਦੀ ਡਿਟੇਲ ਦੱਸੀ ਸੀ। ਸਾਈਕੈਟ੍ਰਿਕ ਝੂਠ ਬੋਲਦਾ ਸੀ, ਮੇਰੀ ਰਿਸਪੈਕਟ ਹੁਣ ਕਿਹਨੇ ਕਰਨੀ ਸੀ? ਗਗਨ ਨੇ ਵੀ ਵਿਆਹ ਕਰਵਾ ਲਿਆ ਸੀ, ਉਹਦੀ ਵਾਈਫ ਨਰਸ ਸੀ ਤੇ ਉਸ ਨਾਲ ਬਹੁਤਾ ਸਮਾਂ ਬਾਹਰ ਹੀ ਸਪੈਂਡ ਕਰਦਾ। ਪਵਨ ਅਕਸਰ ਘਰ ਗੇੜਾ ਮਾਰਦਾ ਰਹਿੰਦਾ, ਉਹਦੀਆਂ ਕਾਲੀਆਂ ਸ਼ਾਹ ਅੱਖਾਂ ਤੋਂ ਭਿਆ ਹੁੰਦਾ। ਉਹ ਅੱਖਾਂ ਪਾੜ ਮੇਰੇ ਵੱਲ ਵੇਖਦਾ। ਡਾਕਟਰ ਮੇਰੇ ਰੋਗ ਨੂੰ ਘਟਾ ਰਹੇ ਸਨ। ਘਰ 'ਚ ਮੇਰੀ ਪੁੱਛਗਿੱਛ ਵੱਧ ਗਈ ਸੀ। ਗਗਨ ਦੀ ਵਾਈਫ ਮੇਰੀ ਬਹੁਤ ਰਿਸਪੈਕਟ ਕਰਦੀ। ਉਹ ਹਰ ਕੰਮ ਮੇਰੀ ਸਲਾਹ ਨਾਲ ਕਰਨ ਲੱਗੀ। ਅਮਨ ਦਾ ਸਾਰਾ ਡਿਸਪੈਚ ਦਾ ਕੰਮ ਕੰਪਿਊਟਰ ਤੇ ਸੀ। ਉਹ ਮੇਰੇ ਕੋਲੋਂ ਟ੍ਰੇਨਿੰਗ ਲੈਣ ਆਉਣ ਲੱਗ ਪਈ। ਲਵ ਮੇਰੀ ਜੌਬ ਲਈ ਨੱਠ ਭੱਜ ਕਰ ਰਹੀ ਸੀ, ਸੋ ਮੇਰੇ ਨਾਲ ਚੰਗਾ ਹੋਣ ਲੱਗ ਪਿਆ। ਇਹ ਸਭ ਮਾਮਾ ਜੀ ਦੀ ਕੁਰਬਾਨੀ ਸੀ। ਮੰਮੀ ਨੇ ਮੈਨੂੰ ਗਲਵੱਕੜੀ 'ਚ ਲੈ ਲਿਆ, ਪਿਆਰ ਨਾਲ ਨੱਕੋ ਨੱਕ ਭਰ ਦਿੱਤੀ। ਮੈਂ ਕੁਝ ਮਹੀਨਿਆਂ ਵਿੱਚ ਹੀ ਪਹਿਲਾਂ ਵਰਗੀ ਹੋ ਗਈ। ਲਵ ਨੇ ਮੇਰੇ ਲਈ ਜੌਬ ਲੱਭ ਦਿੱਤੀ ਸੀ। ਮੈਂ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਇਲੀਗਲ ਕੇਸਾਂ ਦੀਆਂ ਫਾਈਲਾਂ ਦੀ ਡਾਟਾ ਐਂਟਰੀ ਕਰਨ ਲੱਗੀ। ਇਹ ਜੌਬ ਸਟ੍ਰੈਸ ਵਾਲੀ ਹੋਣ ਦੇ ਬਾਵਜੂਦ ਮੇਰੀ ਮਨਪਸੰਦ ਦੀ ਸੀ। ਪੇ ਵੀ ਵਧੀਆ ਸੀ। ਮੈਂ ਖੁਸ਼ੀ ਨਾਲ ਸਵੇਰੇ ਕੰਮ ਤੇ ਜਾਂਦੀ ਸੀ। ਸਾਰੇ ਕੰਪਿਊਟਰ ਵਾਈਫਾਈ ਰਾਹੀਂ ਇੰਟਰਨੈਟ ਨਾਲ ਕੁਨੈਕਟਡ ਸਨ। ਸੁਪਰਵਾਈਜ਼ਰ ਵਾਲੇ ਕਮਰੇ ਵਿੱਚ ਕਸਟਮਰ ਆਉਂਦੇ, ਉਹ ਆਪਣਾ ਕੇਸ ਸੰਬੰਧੀ ਡਾਕੂਮੈਂਟ ਪੇਸ਼ ਕਰਦੇ, ਉਹ ਸਾਨੂੰ ਫਾਈਲ ਤਿਆਰ ਕਰਨ ਲਈ ਆਰਡਰ ਕਰਦੇ। ਮੇਰਾ ਸੁਪਰਵਾਈਜ਼ਰ ਰਿਚਰਡ ਕਰਟਿਸ ਬਹੁਤ ਐਕਟਿਵ ਸੀ। ਉਹਦੀਆਂ ਮੋਟੀਆਂ ਨੀਲੀਆਂ ਅੱਖਾਂ 'ਚ ਜਾਦੂ ਸੀ। ਭੂਰੇ ਰੰਗ ਦੀ ਛੋਟੀ ਦਾੜੀ ਮੁੱਛ ਨਾਲ ਬਹੁਤ ਸੁਨੱਖਾ ਲੱਗਦਾ ਸੀ। ਮੈਂ ਅਕਸਰ ਹੀ ਉਹਦੇ ਰੂਮ ਵਿੱਚ ਜਾਂਦੀ ਸੀ। ਮੇਰੀਆਂ ਨਜ਼ਰਾਂ ਉਹਦੇ ਚਿਹਰੇ ਤੋਂ ਹਟਣਾ ਨਹੀਂ ਚਾਹੁੰਦੀਆਂ ਸਨ। ਉਹ ਵੀ ਸਮਾਈਲ ਪਾਸ ਕਰਕੇ ਰਿਸਪੌਂਡ ਕਰ ਜਾਂਦਾ ਸੀ। ਕੁਝ ਦਿਨਾਂ ਬਾਅਦ ਉਹਨੇ ਮੈਨੂੰ ਰੋਕ ਕੇ ਕਿਹਾ ਸੀ, "You are extremely beautiful. Can I take your picture?" ਮੈਂ ਸ਼ਰਮਾ ਕੇ ਹੌਲੀ ਜੀ ਯੈਸ ਕਿਹਾ। ਉਸ ਮੈਨੂੰ ਕੰਪਿਊਟਰ ਤੇ ਟਾਈਪ ਦਾ ਇਸ਼ਾਰਾ ਕੀਤਾ। ਸਮਾਰਟਫੋਨ ਔਨ ਕਰਕੇ ਪੋਜ਼ ਬਣਵਾਉਣ ਲੱਗਾ। ਫਿਰ ਉਸ ਫੋਨ ਟੇਬਲ ਤੇ ਰੱਖ ਕੇ ਮੇਰੀ ਸ਼ਰਟ ਦਾ ਕਾਲਰ ਠੀਕ ਕੀਤਾ ਤੇ ਮੱਥੇ ਤੇ ਵਾਲਾਂ ਦੀ ਲਿਟ ਨੂੰ ਥਾਂ ਸਿਰ ਕੀਤਾ। ਕੈਮਰਾ ਫੜਦੇ ਬੋਲਿਆ, "ਸੇ ਚੀਜ਼।" ਮੇਰੇ ਚੀਜ਼ ਕਹਿੰਦੀ ਉਹਨੇ ਫੋਟੋ ਖਿੱਚ ਲਈ। ਰੱਬ ਨੇ ਜਿਹੜਾ ਹੀਰੋ ਮੇਰੇ ख्वाब 'ਚ ਫਿੱਟ ਕੀਤਾ ਸੀ, ਉਹ ਕੋਈ ਹੋਰ ਨਹੀਂ, ਇਹੋ ਸੀ। ਰਿਚਰਡ ਮੇਰਾ ਸੁਪਰਵਾਈਜ਼ਰ ਹੋਣ ਕਾਰਨ ਮੈਂ ਉਹਦੀ ਹਰ ਗੱਲ ਮੰਨਦੀ ਸੀ। ਮੈਂ 8 ਘੰਟੇ ਕੰਮ ਕਰਕੇ ਘਰ ਚਲੀ ਜਾਂਦੀ। ਇੱਕ ਦਿਨ ਕੁਝ ਜ਼ਿਆਦਾ ਐਂਟਰੀਆਂ ਕਰਨ ਕਾਰਨ ਮੈਨੂੰ ਓਵਰਟਾਈਮ ਲਾਉਣ ਲਈ ਕਿਹਾ ਸੀ। ਅਸੀਂ ਰਾਤ ਦੇ 12 ਵਜੇ ਤੱਕ ਕੰਮ ਕਰਦੇ ਰਹੇ। ਉਹਦੇ ਜ਼ੋਰ ਪਾਉਣ ਤੇ ਮੈਂ ਉਸ ਨਾਲ ਰਾਤ ਮੋਟਲ ਵਿੱਚ ਰਹਿ ਪਈ। ਉਹ ਮੇਰੀ ਹਰ ਇੱਛਾ ਤੇ ਫੁੱਲ ਚੜਾ ਰਿਹਾ ਸੀ। ਉਹ ਅਲਾਰਮ ਲਗਾ ਕੇ ਸੁੱਤਾ ਸੀ। ਉਹਨੇ ਮੈਨੂੰ ਲੋਅ ਲੱਗਣ ਤੋਂ ਪਹਿਲਾਂ ਹੀ ਜਗਾ ਦਿੱਤਾ। ਬਾਹਰ ਲਿਜਾ ਕੇ ਦਰਖਤਾਂ ਦੇ ਝੁੰਡ ਵਾਲਾ ਇੱਕ ਖੂਬਸੂਰਤ ਟਿਕਾਣਾ ਲੱਭ ਕੇ ਮੈਨੂੰ ਬੈਂਚ ਤੇ ਬਿਠਾ ਦਿੱਤਾ। ਫਿਰ ਘੁੰਮ ਫਿਰ ਕੇ ਸੂਰਜ ਚੜ੍ਹਨ ਦੀ ਵੇਟ ਕਰਨ ਲੱਗ ਪਿਆ। ਜਲਦੀ ਸੂਰਜ ਦੀਆਂ ਸੋਨੇ ਰੰਗੀਆਂ ਕਿਰਨਾਂ ਦਰਖਤਾਂ ਨੂੰ ਚੀਰਦੀਆਂ ਧਰਤੀ ਨੂੰ ਚੁੰਮਣ ਲੱਗੀਆਂ। ਉਹ ਜੇਤੂ ਹੋ ਰਹੇ ਚਾਨਣ ਵਿੱਚੋਂ ਮੇਰਾ ਅਕਸ ਉਭਾਰ ਕੇ ਆਪਣੇ ਬੁਰਸ਼ ਨਾਲ ਪੇਂਟਿੰਗ ਬਣਾਉਣ ਲੱਗਾ। ਉਹਦੀ ਪੇਂਟਿੰਗ ਵਿੱਚੋਂ ਬੇਟ ਦੀ ਜੋਬਨਮਤੀ ਮੁਟਿਆਰ ਉੱਭਰ ਕੇ ਸਾਹਮਣੇ ਆਈ ਸੀ। ਨਾਈਟ ਸ਼ਿਫਟ ਲਾਉਣ ਕਾਰਨ ਅਗਲੇ ਦਿਨ ਅਸੀਂ ਕੰਮ ਤੋਂ ਵਿਹਲੇ ਹੀ ਨਹੀਂ ਸੀ। ਮੈਂ ਘਰ ਕਿਸੇ ਨੂੰ ਨਹੀਂ ਦੱਸਿਆ। ਰਿਚਰਡ ਮੈਨੂੰ ਬੀਚ ਤੇ ਲੈ ਗਿਆ। ਦਿਨ ਧੁੱਪ ਨਾਲ ਨਿਖਰਿਆ ਪਿਆ ਸੀ। ਸਮੁੰਦਰੀ ਲਹਿਰਾਂ ਕਿਨਾਰਿਆਂ ਨੂੰ ਚੁੰਮ ਰਹੀਆਂ ਸਨ। ਪਾਣੀ ਦੀ ਝੱਗ ਕਿਨਾਰਿਆਂ ਦੀ ਰੇਤ ਤੇ ਵਿਛ ਰਹੀ ਸੀ। ਮੈਂ ਪਾਣੀ ਨਾਲ ਕਲੋਲਾਂ ਕਰਨ ਲੱਗ ਪਈ। ਉਸ ਰੇਤ ਉੱਤੇ ਮੇਰਾ ਨਾਮ ਗੁਰਵਿੰਦਰ ਕੌਰ ਬਿਰਦੀ ਲਿਖ ਦਿੱਤਾ। ਗੁਰਵਿੰਦਰ ਕੌਰ ਮਿਟਾ ਕੇ ਗੈਵੀ ਰੱਖ ਦਿੱਤਾ। ਫਿਰ ਅਸੀਂ ਅਕਸਰ ਬੀਚ ਤੇ ਜਾਂਦੇ, ਬੋਟਿੰਗ ਕਰਦੇ, ਪਾਣੀ ਵਿੱਚ ਚੁੱਭੀਆਂ ਮਾਰਦੇ, ਰੇਤ ਤੇ ਲੇਟਦੇ, ਧੁੱਪ ਨੂੰ ਮਾਣਦੇ। ਧੁੱਪ ਚੁੱਭਦੀ ਤਾਂ ਛਤਰੀ ਤਾਣ ਲੈਂਦੇ। ਉਹਦੀਆਂ ਬਾਹਾਂ ਦਾ ਸਪਰਸ਼ ਮੈਨੂੰ ਅਜੀਬ ਸਕੂਨ ਦਿੰਦਾ। ਮੇਰੇ ਸਾਹਮਣੇ ਇੱਕ ਇਹ ਸਮੁੰਦਰ ਸੀ ਤੇ ਦੂਜਾ ਮੇਰੇ ਪਿੰਡ ਕੋਲੋਂ ਲੰਘਦਾ ਸਤਲੁਜ ਦਰਿਆ।
ਜਦੋਂ ਦਰਿਆ ਚੜ੍ਹ ਆਉਂਦਾ ਸੀ ਅਸੀਂ ਕਈ ਦਿਨ ਪੜ੍ਹਨ ਨਹੀਂ ਜਾਂਦੇ ਸੀ, ਕੋਈ ਨੱਠ ਭੱਜ ਨਹੀਂ ਸੀ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਕਾਰਾਂ ਦਾ ਨਿਰੰਤਰ ਵਗਦਾ ਵਗ ਜਾਂ ਡਾਟਾ ਐਂਟਰੀਜ਼ ਦੀ ਭਰਮਾਰ। ਬਸ ਅਸੀਂ ਆਫਿਸ ਦੇ ਕੰਮ ਤੋਂ ਥੱਕੇ ਹੀ ਹੋਟਲਾਂ, ਪਾਰਕਾਂ, ਬੀਚਾਂ ਜਾਂ ਲੌਂਗ ਡਰਾਈਵ ਤੇ ਆ ਜਾਂਦੇ। ਮੈਂ ਘਰ ਵਾਲਿਆਂ ਤੋਂ ਲੁਕੋ ਰੱਖਦੀ, ਅਸੀਂ ਕੰਮ ਵੀ ਪੂਰਾ ਕਰਦੇ ਤੇ ਇੰਜੋਏ ਵੀ ਪੂਰਾ। ਰਿਚਰਡ ਮੇਰੇ ਤੇ ਬਹੁਤ ਹੈਪੀ ਸੀ। ਸਾਰੇ ਕੋਵਰਕਰ ਮੇਰੇ ਨਾਲ ਜੈਲਸ ਕਰਨ ਲੱਗ ਪਏ। ਉਹ ਮੇਰੀਆਂ ਤਾਰੀਫਾਂ ਕਰਦਾ ਤਾਂ ਕਿਸੇ ਕੋਲੋਂ ਹੱਲ ਨਾ ਹੁੰਦਾ। ਕੁਛ ਤਾਂ ਪਵਨ ਤੇ ਅਮਨ ਵੀ ਨਹੀਂ ਸਨ। ਉਹਨਾਂ ਇੱਕ ਹੋਰ ਟਰੱਕ ਤੇ ਇੱਕ ਹੋਰ ਘਰ ਦੇ ਲੋਨ ਕਰਵਾ ਲਏ ਸਨ। ਗਗਨ ਦਾ ਬਿਜ਼ਨਸ ਵੀ ਵੱਧ ਫੁੱਲ ਰਿਹਾ ਸੀ। ਉਹ ਲੋਨ ਲੈ ਕੇ ਸਟੋਰ ਵਿੱਚ ਹੋਰ ਸਮਾਨ ਪਾ ਲੈਂਦਾ। ਲਵ ਯੂਨੀਵਰਸਿਟੀ ਜਾ ਕੇ ਗੋਰੇ ਖੰਭਾਂ ਤੇ ਉੱਡੀ ਫਿਰਦੀ ਸੀ ਤੇ ਮੈਂ ਰਿਚਰਡ ਦੇ ਹੁਲਾਰਿਆਂ ਨਾਲ ਪੀਂਘ ਅਸਮਾਨੀ ਚੜਾ ਰਹੀ ਸੀ। ਅਚਾਨਕ 9/11 ਦੀ ਘਟਨਾ ਨੇ ਸਾਰੇ ਅਮਰੀਕੀ ਸਿਸਟਮ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ। ਕੋਈ ਵੀ ਰਿਸੈਸ਼ਨ ਦਾ ਸ਼ਿਕਾਰ ਹੋਣੋਂ ਨਾ ਬਚਿਆ। ਪਵਨ ਦਾ ਇੱਕ ਟਰੱਕ ਤੇ ਘਰ ਬੈਂਕ ਕੋਲ ਚਲੇ ਗਏ। ਗਗਨ ਦਾ ਸਟੋਰ ਵੀ ਬੈਂਕ ਨੇ ਸੀਲ ਕਰ ਦਿੱਤਾ। ਸਟੋਰ ਨੂੰ ਤਾਲਾ ਲੱਗਾ ਵੇਖ ਕੇ ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ। ਸੰਤੋਖ ਮਾਮਾ ਜੀ ਨੇ ਹੌਸਲਾ ਦਿੰਦੇ ਹੋਏ ਕਿਹਾ ਸੀ, ਗਗਨ, ਅਮਰੀਕੀ ਸਿਸਟਮ 'ਚ ਬੰਦਾ ਮਿਹਨਤ ਕਰਕੇ ਮੰਜ਼ਿਲ ਸਰ ਕਰ ਲੈਂਦਾ ਹੈ, ਪਰ ਕਈ ਵਾਰੀ ਇਹ ਉਹਨੂੰ ਮੁੱਦੇ ਮੂੰਹ ਸੁੱਟ ਵੀ ਦਿੰਦਾ ਹੈ। ਇਸ ਸਿਸਟਮ ਦੀ ਇੱਕ ਸਿਫਤ ਆ ਕਿ ਇਹ ਬੰਦੇ ਨੂੰ ਮਰਨ ਨਹੀਂ ਦਿੰਦਾ। ਉਹਦੇ ਮੂੰਹ 'ਚ ਪਾਣੀ ਦੀ ਬੂੰਦ ਪਾ ਕੇ ਉਹਨੂੰ ਫਿਰ ਉੱਠਣ ਜੋਗਾ ਕਰ ਦਿੰਦਾ ਹੈ। ਮੇਰੇ ਕੋਲ ਉਹ ਸਟੋਰ ਵਾਧੂ ਸੀ, ਸੋ ਮੈਂ ਤੈਨੂੰ ਦੇ ਦਿੱਤਾ ਸੀ। ਹੁਣ ਤਾਂ ਮੇਰੇ ਗੈਸ ਪੰਪ ਵੀ ਬੈਂਕ ਕੋਲ ਚਲੇ ਗਏ। ਬਸ ਰੋਟੀ ਪਾਣੀ ਖਾਣ ਨੂੰ ਇੱਕ ਸਮੋਕ ਸ਼ਾਪ ਹੀ ਬਚੀ ਹੈ। ਤੂੰ ਹੌਸਲਾ ਰੱਖ, ਢੇਰੀ ਨਾ ਢਾਹ। ਪਰ ਗਗਨ ਦੀ ਢੇਰੀ ਢਹਿ ਗਈ ਸੀ। ਉਹਦੇ ਇਨ-ਲॉज ਯੂਬਾ ਸਿਟੀ ਵਿੱਚ ਹਨ। ਉਹ ਉੱਥੇ ਮੂਵ ਹੋ ਗਏ। ਉਹ ਘਰ ਬੇਬੀ ਸਿਟਰ ਕਰਦਾ ਹੈ ਤੇ ਵਾਈਫ ਹਸਪੀਟਲ ਕੰਮ ਤੇ ਚਲੀ ਜਾਂਦੀ ਹੈ। ਮੰਮੀ ਕੋਲ ਵੀ ਇੱਕੋ ਘਰ ਦਾ ਕੰਮ ਹੀ ਰਹਿ ਗਿਆ ਹੈ। ਮੇਰੇ ਆਫਿਸ ਵਿੱਚ ਲੇ ਆਫ ਚੱਲ ਰਹੀ ਹੈ। ਮੈਨੂੰ ਤਾਂ ਵੀ ਰਿਚਰਡ ਵੱਲੋਂ ਐਕਸਟਰਾ ਕੰਮ ਲਈ ਬੁਲਾਇਆ ਜਾ ਰਿਹਾ ਹੈ। ਇਸ ਲਈ ਸਾਰੇ ਕੋਵਰਕਰ ਮੇਰੇ ਨਾਲ ਹੋਰ ਜੈਲਸ ਕਰਨ ਲੱਗ ਪਏ ਹਨ। ਰਿਚਰਡ ਨਾਲ ਮੇਰਾ ਮੇਲ ਜੋਲ ਮੰਮੀ ਨੂੰ ਵੀ ਪਸੰਦ ਨਹੀਂ ਸੀ। ਉਹ ਹਰ ਵਕਤ ਚੁੱਪ ਜਿਹੀ ਰਹਿੰਦੀ। ਉਹਦਾ ਬਲੱਡ ਪ੍ਰੈਸ਼ਰ ਵੀ ਵਧਿਆ ਰਹਿੰਦਾ। ਉਹ ਵਿੱਚੋਂ ਵਿੱਚ ਗਗਨ ਨੂੰ ਵੀ ਮਿਸ ਕਰਦੀ ਹੈ। ਪਿੱਛੇ ਜੇ ਮੈਂ ਰਿਚਰਡ ਨਾਲ ਟੂਰ ਤੇ ਜਾਣਾ ਸੀ, ਮੈਂ ਘਰ ਬਹਾਨਾ ਲਾਇਆ ਸੀ ਕਿ ਕੰਪਨੀ ਵੱਲੋਂ ਟ੍ਰੇਨਿੰਗ ਤੇ ਜਾਣਾ ਹੈ। ਮਾਂ ਸੁਣਦੇ ਹੀ ਮੰਜੇ ਤੇ ਪੈ ਗਈ। ਰਿਚਰਡ ਨੇ ਹਵਾਈ ਜਹਾਜ਼ ਦੀ ਟਿਕਟ ਤੇ ਮੋਟਲ ਸਭ ਬੁੱਕ ਕਰ ਰੱਖੇ ਸਨ। ਅਸੀਂ 2 ਦਿਨ ਲਈ ਲਾਸ ਵੇਗਸ ਗਏ। ਇਹ ਜੂਆ ਖੇਡਣ ਵਾਲਿਆਂ ਦੀ ਨਗਰੀ ਹੈ। ਮੈਂ ਵੀ ਸ਼ਾਇਦ ਜ਼ਿੰਦਗੀ ਨਾਲ ਜੂਆ ਹੀ ਖੇਡ ਰਹੀ ਹਾਂ। ਅਸੀਂ ਉੱਥੇ ਵੈਲੈਂਟਾਈਨ ਡੇ ਨੂੰ ਪੁੱਜੇ ਸੀ। ਇਹ ਦਿਨ ਪਿਆਰ ਤੇ ਵਿਆਹ ਲਈ ਮਸ਼ਹੂਰ ਹੈ। ਵੱਖ-ਵੱਖ ਜੋੜੇ ਇੱਕ ਦੂਜੇ ਨੂੰ ਪ੍ਰਪੋਜ਼ ਕਰ ਰਹੇ ਸਨ। ਜਿਸ ਹੋਟਲ 'ਚ ਅਸੀਂ ਠਹਿਰੇ ਸੀ ਉੱਥੇ ਇੱਕ ਬਹੁਤ ਵੱਡਾ ਪੂਲ ਸੀ। ਇਹਦੇ ਇਰਦ ਗਿਰਦ 100 ਦੇ ਕਰੀਬ ਫਾਊਂਟੇਨ ਡਾਂਸ ਕਰਦੇ ਇੱਕ ਦਿਲਕਸ਼ ਨਜ਼ਾਰਾ ਬਣਾ ਰਹੇ ਸਨ। ਅਸੀਂ ਵੀ ਰਾਤ ਨੂੰ ਉਹਨਾਂ ਜੋੜਿਆਂ ਵਿੱਚ ਸ਼ਾਮਲ ਹੋ ਗਏ। ਸੰਗੀਤ ਦੀਆਂ ਧੁਨਾਂ ਤੇ ਹਜ਼ਾਰਾਂ ਜਗਦੀਆਂ ਬੁਝਦੀਆਂ ਡਿਸਕੋ ਲਾਈਟਾਂ 'ਚ ਪਤਾ ਹੀ ਨਹੀਂ ਲੱਗਾ ਕਦੋਂ ਰਿਚਰਡ ਦੀਆਂ ਬਾਹਾਂ 'ਚ ਲਿਪਟ ਕੇ ਇੱਕ ਪੰਜਾਬਣ ਮੁਟਿਆਰ ਅੰਗਰੇਜ਼ੀ ਬੀਟ ਤੇ ਡਾਂਸ ਕਰਨ ਲੱਗ ਪਈ ਸੀ। ਰਿਚਰਡ ਦੇ ਚੁੰਮਣਾ ਤੇ ਜੂਸ ਵਿੱਚ ਮਿਲੀ ਵਾਈਨ ਨੇ ਸਾਰੀ ਰਾਤ ਮੈਨੂੰ ਮਦਹੋਸ਼ ਕਰੀ ਰੱਖਿਆ ਤੇ ਅੰਤ ਅਗਲੇ ਦਿਨ ਜਦੋਂ ਮੈਨੂੰ ਹੋਸ਼ ਆਈ, ਮੇਰਾ ਸਭ ਕੁਝ ਲੁੱਟ ਚੁੱਕਾ ਸੀ। ਮੈਂ ਬਾਪੂ ਦੀ ਗੁਨਾਹਗਾਰ ਬਣ ਚੁੱਕੀ ਸੀ। ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਰਿਚਰਡ ਪਰੇਸ਼ਾਨ ਹੋ ਕੇ ਬੋਲੀ ਜਾ ਰਿਹਾ ਸੀ, ਵਾਟਸ ਅ ਫਨੀ। ਇਹਦੇ ਭਾਣੇ ਕੁਝ ਹੋਇਆ ਹੀ ਨਹੀਂ ਸੀ ਤੇ ਮੇਰੇ ਜੀਵਨ ਰੂਪੀ ਚਨਾਹ 'ਚ ਤੂਫਾਨ ਆ ਚੁੱਕਾ ਸੀ। ਮੈਂ ਸਿਸਕੀਆਂ ਲਈ ਜਾ ਰਹੀ ਸੀ। ਉਹਨੇ ਜਲਦੀ ਵਿਆਹ ਕਰਵਾਉਣ ਦਾ ਵਾਅਦਾ ਕਰਕੇ ਮੈਨੂੰ ਸਹਿਜ ਕਰ ਦਿੱਤਾ ਸੀ ਤੇ ਮੈਨੂੰ ਘਰ ਠੀਕ ਠਾਕ ਵਾਪਸ ਮੁੜੀ ਨੂੰ ਵੇਖ ਕੇ ਮੰਮੀ ਦਾ ਚਿਹਰਾ ਖਿੜ ਉੱਠਿਆ ਸੀ। ਉਹ ਹੌਲੀ-ਹੌਲੀ ਠੀਕ ਵੀ ਹੋਣ ਲੱਗ ਪਈ ਸੀ। ਹੁਣ ਤਾਂ ਮੇਰਾ ਜੀਵਨ ਪਲੇਟਫਾਰਮ ਉੱਤੇ ਬੈਠੇ ਮੁਸਾਫਰ ਵਰਗਾ ਹੈ। ਮੇਰੇ ਜੀਵਨ 'ਚ ਖਾਲੀਪਨ ਤੋਂ ਬਿਨਾਂ ਰਹਿ ਵੀ ਕੀ ਗਿਆ। ਮੰਮੀ ਨੂੰ ਮੇਰੀ ਚਿੰਤਾ ਘੁਣ ਵਾਂਗ ਖਾ ਰਹੀ ਹੈ। ਇਹ ਜਿਉਂਦੇ ਜੀ ਮੇਰਾ ਘਰ ਵਸਾਉਣਾ ਚਾਹੁੰਦੀ ਹੈ। ਉਹ ਹਰ ਰੋਜ਼ 2 ਵੇਲੇ ਸੈਮ ਦੇ ਆਉਣ ਲਈ ਅਰਦਾਸ ਕਰਦੀ ਹੈ। ਸੈਮ ਵਿਚਾਰਾ ਕਮਲਾ ਹੋਇਆ ਪਿਆ। ਜਦੋਂ ਮੇਰਾ ਉਸ ਨਾਲ ਵਿਆਹ ਹੋਇਆ, ਉਹ ਬੀਟੈਕ ਕਰ ਚੁੱਕਾ ਸੀ। ਕਿਸੇ ਪੈਕੇਜ ਵਾਲੀ ਜੌਬ ਦੀ ਤਲਾਸ਼ 'ਚ ਸੀ। ਉਹਦਾ ਆਪਣਾ ਦੇਸ਼ ਉਹਨੂੰ ਜੌਬ ਨਹੀਂ ਦੇ ਰਿਹਾ ਤੇ ਮੇਰਾ ਦੇਸ਼ ਵੀਜ਼ਾ। ਉਹ ਆਪਣੇ ਆਪ ਨੂੰ ਮੰਝਧਾਰ 'ਚ ਫਸਿਆ ਮਹਿਸੂਸ ਕਰ ਰਿਹਾ। ਬਸ ਹੁਣ ਤਾਂ ਇਹ 2 ਹੀ ਜੀ ਹਨ ਜੋ ਮੇਰੇ ਲਈ ਸਾਹ ਭਰਦੇ ਹਨ। ਬਾਕੀ ਸਭ ਲਈ ਤਾਂ ਮੈਂ ਬੋਝ ਬਣ ਚੁੱਕੀ ਹਾਂ। ਰਿਚਰਡ ਵੀ ਇਹਨਾਂ ਵਿੱਚੋਂ ਹੀ ਹੈ। ਉਹਨੇ ਮੇਰੇ ਨਾਲ 3 ਸਾਲ ਕੱਟੇ। ਵਿਆਹ ਦੇ ਸਬਜ਼ ਬਾਗ ਦਿਖਾ ਕੇ ਮੈਨੂੰ ਧੋਖਾ ਦਿੱਤਾ। ਜਦੋਂ ਵੀ ਵਿਆਹ ਦੀ ਡੇਟ ਦੀ ਗੱਲ ਕਰਦੀ, ਨਵਾਂ ਬਹਾਨਾ ਘੜ ਹੋਰ ਵਕਤ ਮੰਗ ਲੈਂਦਾ। ਮੇਰੇ ਉੱਤੇ 2 ਪਹਾੜ ਇਕੱਠੇ ਡਿੱਗੇ ਸਨ। ਮੇਰੇ ਨਾਲ ਦੀ ਚੇਅਰ ਤੇ ਕਾਲੀ ਜੈਕੀ ਡਾਟਾ ਐਂਟਰੀ ਚੈੱਕ ਕਰਦੀ ਹੁੰਦੀ ਸੀ। ਉਹਦੀ ਸਮਾਈਲ ਤਾਂ ਸਦਾ ਬਹਾਰ ਸੀ।
ਉਸ ਵੀਕਐਂਡ ਤੇ ਰਿਚਰਡ ਨੇ ਮੈਨੂੰ ਯੂਨੀਵਰਸਲ ਹਾਲੀਵੁੱਡ ਸਟੂਡੀਓ ਡੇਟ ਤੇ ਲੈ ਕੇ ਜਾਣਾ ਸੀ। ਵਿਆਹ ਦੀ ਡੇਟ ਵੀ ਫਾਈਨਲ ਕਰਨੀ ਸੀ। ਜਦੋਂ ਮੈਂ ਆਪਣੀ ਕਾਰ ਪਾਰਕ ਕਰਕੇ ਸੱਜੇ ਪਾਸੇ ਵੱਲ ਖੜੀ ਰਿਚਰਡ ਦੀ ਕਾਰ ਵੱਲ ਧਿਆਨ ਮਾਰਿਆ ਤਾਂ ਉਸ ਦੇ ਨਾਲ ਪੈਸੇਂਜਰ ਸਾਈਡ ਤੇ ਬੈਠੀ ਜੈਕੀ ਦੇ ਕਾਲੇ ਚਿਹਰੇ ਦੀ ਤਾਬ ਝੱਲੀ ਨਹੀਂ ਸੀ ਜਾ ਰਹੀ। ਉਹਦੀਆਂ ਜਟਾਂ ਸਾਧਾਂ ਦੀਆਂ ਜਟਾਂ ਵਾਂਗ ਬੇਪਰਵਾਹ ਖਿਲ ਰਹੀਆਂ ਫਿਰ ਰਹੀਆਂ ਸਨ। ਰਿਚਰਡ ਨੇ ਐਕਸੀਲੇਟਰ ਤੇ ਪੈਰ ਰੱਖ ਕੇ ਰੇਸ ਦਿੱਤੀ ਤੇ ਮੈਂ ਦੇਖਦੀ ਰਹਿ ਗਈ। ਮੇਰੇ ਚਿਹਰੇ ਤੇ ਇੱਕ ਰੰਗ ਆਉਂਦਾ ਤੇ ਦੂਜਾ ਚਲਾ ਜਾਂਦਾ ਰਿਹਾ। ਮੈਂ ਬੁਝੇ ਮਨ ਨਾਲ ਮੰਡੇ ਆਫਿਸ ਗਈ ਤਾਂ ਮੈਨੂੰ 2 ਫਾਈਲਾਂ 'ਚ ਹੋਈ ਗਲਤੀ ਕਾਰਨ ਫਾਇਰ ਕਰ ਦਿੱਤਾ। ਮੈਂ ਹਾਈਪਰ ਹੋਣ ਲੱਗ ਪਈ ਸੀ। ਮੈਂ ਸਾਰੀ ਰਾਤ ਜਾਗਦੀ ਰਹਿੰਦੀ ਤੇ ਦਿਨੇ ਸੁੱਤੀ ਰਹਿੰਦੀ। ਮੈਨੂੰ ਸਟ੍ਰੈਸ 'ਚ ਆਈ ਵੇਖ ਲਵ ਯੂਨੀਵਰਸਿਟੀ ਤੋਂ ਆ ਗਈ ਤੇ 2 ਵੀਕ ਮੇਰੇ ਕੋਲ ਰਹੀ। ਉਹ ਹਰ ਰੋਜ਼ ਮੈਨੂੰ ਕਿਤੇ ਨਾ ਕਿਤੇ ਘੁਮਾਉਣ ਲੈ ਕੇ ਜਾਂਦੀ। ਅਸੀਂ ਇੱਕ ਦਿਨ ਸਨ ਫਰਾਂਸਿਸਕੋ ਗੋਲਡਨ ਗੇਟ ਦੇਖਣ ਚਲੇ ਗਏ। ਫਿਰ ਕ੍ਰੁਕਟ ਸਟਰੀਟ ਵੱਲ ਤੁਰ ਪਈਆਂ। ਆਪਣੇ ਦੇਸ਼ 'ਚ ਜਿਵੇਂ ਪਹਾੜਾਂ ਉੱਤੇ ਛੋਟੀਆਂ-ਛੋਟੀਆਂ ਪੌੜੀਆਂ ਬਣਾ ਕੇ ਖੇਤੀ ਕੀਤੀ ਜਾਂਦੀ ਹੈ, ਇਹ ਸਟਰੀਟ ਬਿਲਕੁਲ ਉਸੇ ਤਰ੍ਹਾਂ ਉੱਚੀ ਨੀਵੀਂ ਹੈ। ਜ਼ਿੰਦਗੀ 'ਚ ਵੀ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹੈ। ਇਹਨਾਂ ਦਾ ਡਟ ਕੇ ਮੁਕਾਬਲਾ ਕਰੀਦਾ। ਰਿਚਰਡ ਵਾਲਾ ਮਾਮਲਾ ਕੋਈ ਬਹੁਤ ਵੱਡਾ ਨਹੀਂ। ਮੈਂ ਹੁਣ ਤੱਕ 4 ਬॉयਫ੍ਰੈਂਡ ਬਦਲ ਚੁੱਕੀ ਹਾਂ। ਅਮਰੀਕਨ ਕਲਚਰ ਵਿੱਚ ਇਹ ਆਮ ਹੀ ਹੈ। ਬਾਕੀ ਆ ਰਿਸੈਸ਼ਨ ਕਰਕੇ ਜੌਬ ਦਾ ਸੰਕਟ ਜ਼ਰੂਰ ਹੈ, ਪਰ ਕਿਤੇ ਨਾ ਕਿਤੇ ਮਿਲ ਹੀ ਜਾਏਗੀ, ਲਵ ਕਹਿਣ ਲੱਗੇ। ਅਸੀਂ ਸ਼ਾਮ ਨੂੰ ਘਰ ਮੁੜਦੀਆਂ ਸੀ। ਉਸ ਦਿਨ ਸਟੋਰ ਤੋਂ ਆਉਂਦੇ ਰੰਗ ਬਿਰੰਗੀਆਂ ਵੱਡੀਆਂ ਕੈਂਡਲਸ ਖਰੀਦ ਲਿਆਈ। ਉਹਨੇ ਕਮਰੇ ਦੇ ਹਰ ਕਾਰਨਰ 'ਚ ਕੈਂਡਲ ਸਜਾ ਦਿੱਤੀ। ਸ਼ਾਮ ਪਈ ਤਾਂ ਕੈਂਡਲ ਬਾਲ ਕੇ ਅੱਗੇ ਬੈਠ ਗਈ। ਮੈਨੂੰ ਕਹਿਣ ਲੱਗੀ, ਲਾਈਟ ਵਾਲੇ ਘੰਟਾ ਧਿਆਨ ਨਾਲ ਦੇਖ, ਪੋਜ਼ਿਟਿਵ ਥਿੰਗਸ ਤੇ ਪੋਜ਼ਿਟਿਵ ਲੋਕਾਂ ਬਾਰੇ। ਸੋ ਅਸੀਂ ਦੋਵਾਂ ਨੂੰ ਆਪਣੀ ਕੈਂਡਲ ਦੀ ਲਾਈਟ ਤੋਂ ਨਿਗਾਹ ਟਿਕਾ ਲਈ, ਪਰ ਮਨ ਨੂੰ ਸੱਚਮੁੱਚ ਸਕੂਨ ਆਇਆ। ਮੈਨੂੰ ਸ਼ਾਂਤ ਹੋਈ ਵੇਖ ਕੇ ਉਹ ਖੁਸ਼ ਹੋ ਗਈ ਤੇ ਵਾਪਸ ਯੂਨੀਵਰਸਿਟੀ ਚਲੀ ਗਈ। ਮੈਨੂੰ ਇੱਕ ਇਲੈਕਟ੍ਰੋਨਿਕ ਕੰਪਨੀ 'ਚ ਮਿਨੀਮਮ ਵੇਜ ਤੇ ਪਾਰਟ ਟਾਈਮ ਆਪਰੇਟਰ ਦੀ ਜੌਬ ਮਿਲ ਗਈ। ਮੈਂ ਟੁੱਟੇ ਮਨ ਨਾਲ ਕੰਮ ਤੇ ਜਾਂਦੀ ਤੇ ਹਾਰੇ ਹੋਏ ਜੁਆਰੀਆਂ ਵਾਂਗ ਘਰ ਆਉਂਦੀ, ਪਰ ਘਰ ਵੀ ਖਾਣ ਨੂੰ ਆਉਂਦਾ। ਮੰਮੀ ਤੇ ਪਾਪਾ ਜੀ ਵਿਆਹ ਲਈ ਜ਼ੋਰ ਪਾ ਰਹੇ ਸਨ। ਅਖੇ ਇੰਡੀਆ ਤੈਨੂੰ ਘਰ ਤੇ ਵਾਰ ਦੋਵੇਂ ਵਧੀਆ ਮਿਲ ਜਾਣਗੇ। ਆਪਣੀ ਪਸੰਦ ਦਾ ਚੁਣ ਕੇ ਮੁੰਡਾ ਲਿਆਵੇਂ, ਚਾਹੇ ਡਾਕਟਰ ਤੇ ਚਾਹੇ ਇੰਜੀਨੀਅਰ। ਪਰ ਮੈਂ ਆਪਣੇ ਸਟੈਂਡ ਤੇ ਅਟੱਲ ਸੀ। ਇਹ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ। ਮੇਰੇ ਮਨ 'ਚ ਅਜੇ ਵੀ ਕੋਈ ਅਮੀਰ ਗੋਰਾ ਬੈਠਾ ਹੋਇਆ ਸੀ। ਮੈਂ ਲਵ ਦੇ ਪਿੱਛੋਂ ਲੱਗ ਕੇ ਰਿਚਰਡ ਨੂੰ ਭੁੱਲ ਗਈ ਸਾਂ। 1 ਸਾਲ ਤਾਂ ਮੈਂ ਸਭ ਤੋਂ ਸਪੇਸ ਬਣਾ ਕੇ ਰੱਖੀ ਸੀ। ਇਸ ਕੰਪਨੀ ਦਾ ਸੁਪਰਵਾਈਜ਼ਰ ਮੇਰੇ ਲਈ ਕੋਈ ਨਾ ਕੋਈ ਨਵੀਂ ਜੌਬ ਕੱਢੀ ਰੱਖਦਾ। ਇੱਕ ਦਿਨ ਉਹਨੇ ਮੈਨੂੰ $1 ਰੇਜ਼ ਦਿੰਦਿਆਂ ਮੈਨੂੰ ਆਪਰੇਟਰ ਤੋਂ ਪ੍ਰਮੋਟ ਕਰਕੇ ਲੀਡ ਬਣਾ ਦਿੱਤਾ। ਹੈਰੀ, ਯੂ ਮੇਡ ਮਾਈ ਡੇ। ਮੇਰੇ ਮੂੰਹ ਵਿੱਚੋਂ ਆਵਾਜ਼ ਹੀ ਨਿਕਲ ਗਿਆ। ਉਹਨੇ ਮੈਨੂੰ ਲੰਚ ਤੇ ਜਾਣ ਦੀ ਆਫਰ ਦਿੱਤੀ। ਮੈਂ ਖੁਸ਼ੀ ਉਸ ਨਾਲ ਜਾਣ ਨੂੰ ਤਿਆਰ ਹੋ ਗਈ। ਅਸਲ 'ਚ ਉਸ ਦਿਨ ਮੈਂ ਪਰੇਸ਼ਾਨ ਵੀ ਬਹੁਤ ਸੀ। ਸਵੇਰੇ ਮੇਰੀ ਗਗਨ ਨਾਲ ਲੜਾਈ ਹੋਈ ਸੀ। ਫਿਰ ਅਮਨ ਦਾ ਫੋਨ ਆ ਗਿਆ ਸੀ। ਦੋਵੇਂ ਭੈਣ ਭਰਾ ਕਿਸੇ ਨਾ ਕਿਸੇ ਮੁੱਦੇ ਤੇ ਮੇਰੇ ਨਾਲ ਖੇਬੜਦੇ ਰਹਿੰਦੇ ਆ। ਹੈਰੀ ਨਾਲ ਲੰਚ ਕਰਕੇ ਮੈਨੂੰ ਇੰਝ ਲੱਗਾ ਜਿਵੇਂ ਮੈਨੂੰ ਰੱਬ ਹੀ ਮਿਲ ਗਿਆ ਹੋਵੇ। ਹੈਰੀ ਨੂੰ ਟਰੈਕਿੰਗ ਦਾ ਬਹੁਤਾ ਸ਼ੌਕ ਸੀ ਤੇ ਉਹ ਜੰਗਲਾਂ ਵਿੱਚ ਪਹਾੜਾਂ ਤੇ ਤੁਰਿਆ ਰਹਿੰਦਾ। ਮੈਨੂੰ ਉਹਦੇ ਬਿਨਾਂ ਕੁਝ ਵੀ ਚੰਗਾ ਨਾ ਲੱਗਦਾ। ਮੈਂ ਉਸ ਨਾਲ ਡੇਟਿੰਗ ਕਰਨ ਲੱਗ ਪਈ। ਉਹ ਜੰਗਲ 'ਚ ਜਾ ਕੇ ਸ਼ਿਕਾਰ ਨਹੀਂ ਸੀ ਕਰਦਾ। ਇਹ ਸੁਣ ਕੇ ਮੇਰੀ ਕੋਵਰਕਰ ਮੈਕਸੀਕਨ ਲੇਡੀ ਖਿੜਖੜਾ ਕੇ ਹੱਸੀ ਸੀ, ਪਰ ਉਸ ਵਕਤ ਮੈਨੂੰ ਉਹਦੇ ਹੱਸਣ ਦੀ ਸਮਝ ਨਹੀਂ ਸੀ ਆਈ। ਹੈਰੀ ਰਿਚਰਡ ਨਾਲੋਂ ਥੋੜਾ ਗੰਭੀਰ ਸੁਭਾਅ ਦਾ ਸੀ। ਮੈਂ ਵੀ ਇੱਕਦਮ ਉਹਦੀਆਂ ਬਾਹਾਂ ਵਿੱਚ ਨਹੀਂ ਸੀ ਡਿੱਗੀ। ਜਦੋਂ ਡਿੱਗੀ ਤਾਂ ਉਹਨੇ ਉੱਠਣ ਜੋਗੀ ਨਹੀਂ ਸੀ ਛੱਡਿਆ, ਉਲਟਾ ਉਹ ਮੈਨੂੰ ਹੀ ਛੱਡ ਗਿਆ ਸੀ। ਇਸ ਵਾਰੀ ਮੈਂ HR ਹਿਊਮਨ ਰਿਸੋਰਸਿਸ ਕੋਲ ਸੈਕਸੁਅਲ ਹੈਰੈਸਮੈਂਟ ਦੀ ਸ਼ਿਕਾਇਤ ਕਰ ਦਿੱਤੀ ਸੀ ਤੇ ਨਤੀਜੇ ਵਜੋਂ ਅਸੀਂ ਦੋਵੇਂ ਫਾਇਰ ਹੋ ਗਏ ਸੀ। ਮੈਂ ਸਾਰਾ ਦਿਨ ਘਰ ਇਕੱਲੀ ਬੈਠੀ ਰਹਿੰਦੀ। ਮੇਰੀ ਹਾਲਤ ਧੋਬੀ ਦੇ ਕੁੱਤੇ ਵਾਲੀ ਹੋ ਗਈ ਸੀ, ਜੋ ਨਾ ਘਰ ਦਾ ਰਿਹਾ ਨਾ ਘਾਟ ਦਾ। ਲਵ ਅਮਰੀਕੀ ਸਿਸਟਮ ਦੀ ਫੈਨ ਹੋਣ ਕਰਕੇ ਮੈਨੂੰ ਤਸੱਲੀਆਂ ਦਿੰਦੀ ਰਹੀ, ਪਰ ਮੇਰਾ ਵਿਸ਼ਵਾਸ ਸ਼ੀਸ਼ੇ ਵਾਂਗ ਤਿੜਕ ਚੁੱਕਾ ਸੀ। ਉਹਦੀ ਕਿਸੇ ਗੱਲ ਦਾ ਮੇਰੇ ਤੇ ਅਸਰ ਨਾ ਹੁੰਦਾ। ਮੈਂ ਪੱਥਰ ਬਣ ਗਈ ਸੀ। ਮਾਮਾ ਜੀ ਨਾਲ ਗੱਲ ਕਰਨੋਂ ਵੀ ਨਾ ਕਰਨ ਲੱਗ ਪਈ। ਮੇਰੇ ਸਰੀਰ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਸੀ। ਚਿਹਰੇ ਤੇ ਪਲੱਤਣ ਫਿਰ ਫੈਲ ਗਈ। ਸੁੱਤੀ ਜਾਗਦੀ ਸੋਚਾਂ 'ਚ ਡੁੱਬੀ ਰਹਿੰਦੀ ਸੀ। ਬਾਪੂ ਜੀ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਸੀ। ਉਹਨਾਂ ਦੀ ਪੱਗ ਦਾ ਦਾਗ ਮੇਰੀਆਂ ਅੱਖਾਂ ਨੂੰ ਚੁੰਧਿਆ ਜਾਂਦਾ। ਮੈਨੂੰ ਸਤਲੁਜ ਸ਼ੂਕਦਾ ਨਜ਼ਰ ਆਉਂਦਾ ਸੀ। ਸਮੁੰਦਰ ਦੇ ਦਰਿਆ
ਇੱਕ ਦੂਜੇ ਤੋਂ ਅੱਡ ਹੋ ਰਹੇ ਸਨ। ਮੈਂ ਬਹੁਤ ਸੋਹਣੀ ਸੀ, ਸੱਚਮੁੱਚ ਸੋਹਣੀ। ਮੈਨੂੰ ਆਪਣਾ ਪੱਟ ਚੀਰ ਕੇ ਮਾंस ਖਿਲਾਉਣ ਦੀ ਥਾਂ ਮੁਰਗੇ ਦੇ ਪੱਟ ਦਾ ਮਾंस ਖਿਲਾਉਣ ਵਾਲੇ 2 ਮਈ ਵੱਲ ਧੋਖਾ ਦੇ ਗਏ ਸੀ। ਕੀ ਮੈਂ ਸੋਹਣੀ ਨਹੀਂ ਸੀ? ਕੁੜੀ, ਇੱਕ ਖੂਬਸੂਰਤ ਕੁੜੀ ਨਾਲ 2 ਵਾਰੀ ਧੋਖਾ। ਮੈਨੂੰ ਰਿਚਰਡ ਤੇ ਹੈਰੀ ਚੇਤੇ ਆਉਂਦੇ ਤਾਂ ਮੇਰਾ ਅੰਗ ਖਿੱਲਰ ਜਾਂਦਾ। ਮੈਂ ਜੋੜਨ ਦੀ ਕੋਸ਼ਿਸ਼ ਕਰਦਾ, ਪਰ ਟੁਕੜੇ ਵੀ ਕਦੀ ਮੁੜ ਕੇ ਜੁੜਦੇ ਨੇ। ਇਸ ਦੁਨੀਆ ਤੇ ਟੁੱਟੇ ਰਿਸ਼ਤੇ ਜੋੜਨੇ ਮੁਸ਼ਕਿਲ ਹਨ ਤੇ ਮੇਰੇ ਤੇ ਫੇਰ ਵੀ ਅੰਗ ਸਨ, ਇਹ ਕਿਵੇਂ ਜੁੜ ਸਕਦੇ ਸਨ? ਮੈਂ ਦਰਵਾਜ਼ਾ ਖੋਲ ਕੇ ਜ਼ੋਰ ਨਾਲ ਬੰਦ ਕਰਦੀ ਹਾਂ। ਮੰਮੀ ਤਰਬਕ ਜਾਂਦੀ ਹੈ। ਮੇਰੇ 'ਚ 7 ਝੋਟਿਆਂ ਜਿੰਨਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ। ਕਦੀ ਕੁੰਡੀ ਲਾ ਕੇ ਬੈੱਡ ਤੇ ਨਿਢਾਲ ਪੈ ਜਾਂਦੀ ਹਾਂ। ਮੰਮੀ ਆਵਾਜ਼ਾਂ ਮਾਰਦੀ ਹੈ, ਮੈਂ ਬਾਹਰ ਨਾ ਨਿਕਲਦੀ। ਜੇ ਨਿਕਲਦੀ ਵੀ ਤਾਂ ਡਰੈਸਿੰਗ ਟੇਬਲ ਮੂਹਰੇ ਖੜ ਕੇ ਆਪਣੇ ਲਿਪਸ ਵੇਖਣ ਲੱਗ ਜਾਂਦੀ। ਸਾਰਾ ਦਿਨ ਸ਼ੀਸ਼ੇ ਮੂਹਰੇ ਖੜੀ ਰਹਿੰਦੀ। ਮੰਮੀ ਟੋਕਦੀ ਸੀ, ਪਰ ਮੈਂ ਕਿਹੜਾ ਉਸ ਤੋਂ ਡਰਦੀ ਸੀ। ਰਿਚਰਡ ਕਹਿੰਦਾ ਸੀ, ਤੇਰੇ ਲਿਪਸ ਬਹੁਤ ਸੋਹਣੇ ਆ। ਮੈਂ ਗੌਰ ਨਾਲ ਦੇਖਦੀ ਕਿ ਹੁਣ ਇਹਨਾਂ 'ਚ ਕੀ ਨੁਕਸ ਪੈ ਗਿਆ। ਮੈਂ ਕਦੀ ਰੂਮ ਦੇ ਅੰਦਰ ਵੜ ਜਾਂਦੀ, ਕਦੀ ਬਾਹਰ ਨਿਕਲ ਆਉਂਦੀ। ਮੇਰੇ ਮਨ ਨੂੰ ਕਿਤੇ ਵੀ ਟਿਕਾ ਨਹੀਂ ਸੀ। ਇੱਕ ਕਮਰੇ ਤੋਂ ਦੂਜੇ ਕਮਰੇ 'ਚ ਕੈਟ ਵਾਕ ਕਰਦੀ ਰਹਿੰਦੀ। ਦਿਨ ਵੇਲੇ ਚਾਦਰ ਤਾਣ ਕੇ ਪੈ ਜਾਂਦੀ। ਸਾਰੀ ਰਾਤ ਕੰਪਿਊਟਰ ਅੱਗੇ ਬੈਠੀ ਰਹਿੰਦੀ। ਕੰਪਿਊਟਰ ਤੋਂ ਮੈਂ ਕੀ ਕਰਦੀ ਸੀ ਇਹ ਹੁਣ ਯਾਦ ਨਹੀਂ ਹੈ। ਜਦੋਂ ਅੱਧੀ ਰਾਤ ਤੋਂ ਬਾਅਦ ਮੰਮੀ ਦੀ ਅੱਖ ਖੁੱਲਦੀ, ਉਹ ਮੇਰੇ ਵਾਲਾਂ ਵਿੱਚ ਫਿਰ ਹੱਥ ਫੇਰਦੀ, ਮੈਨੂੰ ਚੁੰਮਦੀ। ਪੁੱਤ ਹੁਣ ਸੌਂ ਵੀ ਜਾ, ਦੇਖ ਕੀ ਟਾਈਮ ਹੋ ਗਿਆ, ਕਿਵੇਂ ਅੱਖਾਂ ਅੱਡ ਕੇ ਬੈਠੀ ਹੈ। ਮੰਮੀ ਤੈਨੂੰ ਕੀ? ਮੈਂ ਉਖੜੀ ਕੁਹਾੜੀ ਵਾਂਗ ਹੀ ਪੈ ਜਾਂਦੀ। 11 ਤੋਂ ਕਾਫੀ ਲੈਣ ਤੁਰ ਪੈਂਦੀ। ਪੰਮੀ ਸਹਿਮ ਜਾਂਦੀ, ਉਹ ਬੈਠੀ ਉਡੀਕਦੀ ਰਹਿੰਦੀ। ਮੈਂ ਵਾਪਸ ਆਉਂਦੀ ਤਾਂ ਉਹ ਘੜੀ ਅੱਖ ਲਾ ਲੈਂਦੀ। ਮੰਮੀ ਦੇ ਭਾਗਾਂ 'ਚ ਆਰਾਮ ਕਿੱਥੇ? ਉਹ ਦਿਨ ਇਸ ਜੌਬ ਤੇ ਜਾਂਦੀ, ਸਾਰੀ ਰਾਤ ਉਹਦਾ ਸੁੱਤਾ ਮੇਰੇ 'ਚ ਰਹਿੰਦੀ। ਉਹ ਮੈਨੂੰ ਉੱਠ ਕੇ ਚੈੱਕ ਕਰਦੀ। ਮੈਂ ਸੜ ਭੁੱਜ ਕੇ ਉਹਨੂੰ ਬੁਰਾ ਭਲਾ ਬੋਲਣ ਲੱਗ ਜਾਂਦੀ। ਉਹ ਡਰ ਕੇ ਮੁੜ ਬੈੱਡ ਤੇ ਪੈ ਜਾਂਦੀ। ਇੱਕ ਵਾਰ ਮੈਨੂੰ ਰਿਚਰਡ ਮਲਟੀ ਫੇਸਿਸ ਮਿਊਜ਼ੀਅਮ 'ਚ ਲੈ ਗਿਆ। ਉਸ ਮਿਊਜ਼ੀਅਮ 'ਚ ਵੱਖ-ਵੱਖ ਚਿਹਰਿਆਂ ਨਾਲ ਕੰਧਾਂ ਭਰੀਆਂ ਪਈਆਂ ਸਨ। ਇੱਕ ਹਾਲ 'ਚ ਬਲਾਤਕਾਰ ਤੇ ਕੁਕਰਮਗ੍ਰਸਤ ਔਰਤਾਂ ਤੇ ਬੱਚਿਆਂ ਦੇ ਚਿਹਰੇ ਸਨ, ਅੱਖਾਂ 'ਚ ਅੱਥਰੂ। ਇਹ ਚਿਹਰੇ ਡਰੇ, ਸਹਿਮੇ, ਮੁਰਝਾਏ ਹੋਏ ਸਨ। ਸਾਹਮਣੇ ਦੀਵਾਰ ਤੇ ਵੀਡੀਓ ਸਕਰੀਨ ਲੱਗੀ ਹੋਈ ਸੀ। ਕੈਮਰਾ ਕਿਸੇ ਇੱਕ ਭੈਭੀਤ ਚਿਹਰੇ ਨੂੰ ਸਕਰੀਨ ਤੇ ਡਿਸਪਲੇ ਕਰ ਰਿਹਾ ਸੀ। ਇੱਕ ਤੋਂ ਬਾਅਦ ਇੱਕ ਇਹ ਚਿਹਰੇ ਵੇਖਦੀ ਮੈਂ ਦਹਿਸ਼ਤ ਗਜ਼ਾ ਹੋ ਗਈ ਸੀ ਤੇ ਮੈਂ ਡਰ ਕੇ ਆਪਣਾ ਮੂੰਹ ਰਿਚਰਡ ਦੀ ਛਾਤੀ 'ਚ ਦੇ ਦਿੱਤਾ ਸੀ। ਮੈਂ ਜਦੋਂ ਵੀ ਕੰਪਿਊਟਰ ਖੋਲ੍ਹਦੀ, ਉਹ ਕੰਬਦੇ ਬੁੱਲ, ਪਿਚਕੀਆਂ ਗੱਲਾਂ ਤੇ ਸਹਿਮੇ ਚਿਹਰੇ ਸਕਰੀਨ ਤੇ ਦਿਸਣ ਲੱਗਦੇ। ਹਰ ਚਿਹਰੇ ਤੇ ਗੈਵੀ ਦਾ ਚਿਹਰਾ ਲੱਗ ਜਾਂਦਾ। ਮੇਰੇ ਵਾਲ ਮੂੰਹ ਤੇ ਡਿੱਗੇ ਹੁੰਦੇ, ਅੱਖਾਂ 'ਚ ਅੱਥਰੂ, ਚਿਹਰੇ ਤੇ ਦਹਿਸ਼ਤ ਹੁੰਦੀ, ਨੱਕ 'ਚ ਪਾਣੀ ਵਗਦਾ। ਮੈਨੂੰ ਮੂੰਹ ਲੁਕਾਉਣ ਲਈ ਕੋਈ ਛਾਤੀ ਨਾ ਲੱਭਦੀ। ਮੈਂ ਖੇਡਣ ਲੱਗ ਜਾਂਦੀ। ਡੌਰ ਭੌਰ ਅਸੀਂ ਸਾਰੇ ਪਾਸੇ ਧੌਣ ਘੁਮਾਈ ਦੇਖਦੇ, ਹੱਸਣਾ ਸ਼ੁਰੂ ਕਰਦੇ, ਹੱਸੀ ਜਾਂਦੇ। ਰੋਣ ਲੱਗਦੀ ਤਾਂ ਰੋਈ ਜਾਂਦੇ। ਮੰਮੀ ਮੈਨੂੰ ਉਪਰੀ ਕਸਰ ਸਮਝ ਡਰ ਜਾਂਦੀ। ਕਿਸੇ ਗੁਰੂ ਪੀਰ ਦੀ ਰੁੰਨ ਪੀੜ ਆ, ਬਾਪੂ ਜੀ ਨੂੰ ਕਹਿ ਕੇ ਇਲਾਜ ਕਰਾਉਂਦੀ ਆ। ਮੈਂ ਠੀਕ ਨਾ ਹੋਈ, ਮੇਰਾ ਮਰਜ਼ ਹੋਰ ਵੱਧ ਗਿਆ। ਠੀਕ ਮੈਂ ਮਾਮਾ ਜੀ ਮੈਨੂੰ ਹਸਪਤਾਲ 'ਚ ਲੈ ਗਏ ਸਨ। ਮੇਰੀ ਹਾਲਤ 'ਚ ਕੋਈ ਸੁਧਾਰ ਨਹੀਂ ਸੀ ਹੋਇਆ। ਮੰਮੀ ਹੁਣ ਦੱਸਦੀ ਹੁੰਦੀ ਹੈ ਵੀ ਤੂੰ ਭਾਂਡੇ ਭੰਨ ਦੇਣੇ, ਪਾਣੀ ਦਾ ਪਿੱਚਰ ਭਰ ਡੋਲੀ ਜਾਣਾ, ਕੱਪੜੇ ਲਾਂਡਰੀ 'ਚ ਪਾ ਕੇ ਬਿਨਾਂ ਲਾਂਡਰੀ ਤੋਂ ਕੱਢ ਲੈਣੇ, ਮੈਨੂੰ ਤੇ ਅਮਨ ਨੂੰ ਘੂਰੀ ਜਾਣਾ, ਪਵਨ ਤੇ ਗਗਨ ਨੂੰ ਬੰਦਿਆਂ ਵਾਲੀਆਂ ਗੱਲਾਂ ਕਰਦੀ ਸਮਝਣਾ। ਅਮਨ ਤਾਂ ਇਹ ਵੀ ਦੱਸਦੀ ਹੈ ਵੀ ਦੀਦੀ ਤੂੰ ਬਹੁਤ ਊਟ ਪਟਾਂਗ ਬੋਲਦੀ ਸੀ, ਤੇਰੀ ਬੋਲੀ ਦੀ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ। ਤੂੰ ਕੋਈ ਨਵੀਂ ਭਾਸ਼ਾ ਈਜਾਦ ਕਰ ਲਈ ਸੀ। ਜਿਹੜਾ ਤੈਨੂੰ ਬੋਲਣ ਤੋਂ ਰੋਕਦਾ ਤੂੰ ਉਹਨੂੰ ਦਹਾੜ ਕੇ ਪੈਂਦੀ। ਤੂੰ ਬਿਨਾਂ ਬ੍ਰੇਕ ਤੋਂ ਬੋਲੀ ਜਾਂਦੀ ਸੀ। ਮੈਂ ਭੋਲਾ ਬੋਲਦੀ ਵੀ ਕਿਉਂ ਨਾ। ਇਸ ਦੇਸ਼ ਦੀ ਜਨਤਾ ਬੋਲਦੀ ਨਹੀਂ, ਪਰ ਬਿਨਾਂ ਬ੍ਰੇਕੋਂ ਭੱਜੀ ਫਿਰਦੀ ਹੈ। ਮੈਨੂੰ ਨਫ਼ਰਤ ਤਾਂ ਰਿਚਰਡ ਜਾਂ ਹੈਰੀ ਨਾਲ ਸੀ। ਉਹ ਮੇਰੇ ਬੌਸ ਜੋ ਸੀ, ਪਰ ਮੈਨੂੰ ਨੀਲੀਆਂ ਅੱਖਾਂ ਵਾਲਾ ਹਰ ਉਹ ਅਧਿਕਾਰੀ ਜ਼ਹਿਰ ਲੱਗਦਾ ਸੀ। ਦੇਸ਼ ਨੂੰ ਚਲਾਉਣ ਵਾਲਾ ਰਿਮੋਟ ਉਹਨਾਂ ਦੇ ਹੱਥ 'ਚ ਹੋਇਆ ਹੈ। ਜਿਵੇਂ ਅਸੀਂ ਬੰਦੇ ਨਾ ਹੋਈਏ, ਰੋਬੋਟ ਹੋਈਏ। ਸਭ ਪਾਸੇ ਇੱਕ ਦੌੜ ਲੱਗੀ ਹੋਈ ਹੈ। ਮੈਂ ਵੀ ਇਸ ਦੌੜ 'ਚ ਸ਼ਾਮਲ ਹੋ ਜਾਂਦੀ। ਸਾਹ ਚੜ ਜਾਂਦਾ। ਮੈਂ ਹਫ ਜਾਂਦੀ ਹਾਂ ਤੇ ਢਹਿ ਪੈਂਦੀ ਹਾਂ। ਮੈਂ ਸਰਾਣੇ 'ਚ ਮੂੰਹ ਦੇ ਕੇ ਪਈ ਹੁੰਦੀ ਹਾਂ। ਫੋਨ ਦੀ ਘੰਟੀ ਵੱਜਦੀ ਹੈ। ਮੈਂ ਹੈਲੋ ਕਹਿੰਦੀ ਹਾਂ। ਕਿਸੇ ਮਰਦ ਦੀ ਆਵਾਜ਼ ਸੁਣਦੀ ਹੈ। ਸ਼ਟ ਅਪ, ਆਈ ਡੋਂਟ ਲਾਈਕ ਮੈਨ, ਆਲ ਆਰ ਡਿਸਕਸਟਿੰਗ। ਜੇਕਰ ਅੱਗੇੋਂ ਕੋਈ ਬੋਲਣ ਦੀ ਕੋਸ਼ਿਸ਼ ਕਰਦਾ, ਮੈਂ ਮੁੜ ਦਿਹਾੜ ਪੈਂਦੀ। ਨੌਨਸੈਂਸ, ਡੂ ਯੂ ਨੋ ਵਾਟ ਆਈ ਮੀਨ? ਡੋਂਟ ਡੇਅਰ ਟੂ ਕਾਲ ਮੀ ਸਨ ਆਫ ਬਿਚ। ਮੈਂ ਫੋਨ ਬੰਦ ਕਰ ਦਿੰਦੀ, ਪਰ ਕਿੰਨੀ ਦੇਰ ਫੋਨ ਕਰਨ ਵਾਲੇ ਨੂੰ ਉੱਚੀ ਉੱਚੀ ਗਾਲਾਂ ਕੱਢਦੀ ਰਹਿੰਦੀ। ਪੁੱਤਵਿੰਦਰ, ਕਿਉਂ ਕਮਲ ਕੁੱਟੀ ਜਾਂਦੀ ਆ? ਤੇਰੇ ਫੋਨ ਦੀ ਤਾਂ ਬੈਟਰੀ ਮੁੱਕੀ ਹੋਈ ਆ। ਤੈਨੂੰ ਕਿਸ ਨਕਰਮੇ ਨੇ ਫੋਨ ਕਰਨਾ? ਮੰਮੀ ਆਪਣਾ ਢਿੱਡ ਘੁੱਟਦੀ, ਪੱਲੇ ਨਾਲ ਅੱਖਾਂ ਪੂੰਝਦੀ ਕਹਿੰਦੀ, ਕਿਤੇ ਮੇਰੀ ਧੀ ਆਪਣੇ ਘਰ ਵਸਦੀ ਹੁੰਦੀ।
ਮੰਮੀ ਝੂਠ ਬੋਲ ਰਹੀ ਹੁੰਦੀ। ਮੈਨੂੰ ਤਾਂ ਦਿਨੇ ਰਾਤ ਮੁੰਡਿਆਂ ਦੇ ਫੋਨ ਆ ਰਹੇ ਸੀ, ਉਹ ਵੀ ਗੋਰਿਆਂ ਤੇ ਕਾਲਿਆਂ ਦੇ। ਕਾਲਿਆਂ ਦੇ ਤਾਂ ਮੈਂ ਰਿਸੀਵ ਹੀ ਨਹੀਂ ਸੀ ਕਰਦੀ। ਮੰਮੀ ਕਹੀ ਜਾਂਦੀ ਸੀ ਕਿ ਤੂੰ ਐਕਟਿੰਗ ਕਰਦੀ ਹੈ। ਮੈਂ ਭਲਾ ਐਕਟਿੰਗ ਕਿਉਂ ਕਰਨੀ ਸੀ? ਮੈਨੂੰ ਲੱਗਦਾ ਸੀ ਮੰਮੀ ਮੇਰੇ ਫੋਨਾਂ ਤੋਂ ਜੈਲਸ ਕਰਦੀ ਹੈ। ਮੇਰਾ ਰੂਪ ਦੇਖ ਕੇ ਤਾਂ ਰਾਹੀ ਤੁਰਨਾ ਭੁੱਲ ਜਾਂਦੀ ਸੀ। ਤੇ ਮੈਂ ਜਿਸ ਦਿਨ ਇੰਟਰਸੈਕਸ਼ਨ ਵਿੱਚ ਸੀਨ ਕ੍ਰੀਏਟ ਕੀਤਾ ਸੀ, ਇਹ ਮਾਵਾਂ ਧੀਆਂ ਤਾਂ ਉਹਨੂੰ ਐਕਟਿੰਗ ਹੀ ਦੱਸਦੀਆਂ ਹੋਣਗੀਆਂ। ਉਹ ਸਭ ਕੁਝ ਕਿਉਂ ਤੇ ਕਿਵੇਂ ਵਾਪਰਿਆ ਮੈਨੂੰ ਕੋਈ ਇਲਮ ਨਹੀਂ। ਮੈਨੂੰ ਤਾਂ ਬਸ ਇਹੋ ਯਾਦ ਹੈ ਕਿ ਮੈਂ ਰੋਡ ਤੇ ਦੌੜ ਰਹੀ ਸੀ, ਮੇਰੇ ਮਗਰ ਰੇਪਿਸਟ ਮੁੰਡੇ ਭੱਜੇ ਸੀ, ਮੇਰੇ ਵਾਲ ਖੁੱਲੇ ਸੀ, ਮੈਂ ਸਿਰ ਸੜਕ ਤੇ ਮਾਰ ਰਹੀ ਸੀ, ਕੋਈ ਮੇਰੇ ਕੱਪੜੇ ਲਾਹ ਰਿਹਾ ਸੀ। ਇਹ ਉਹੀ ਮੁੰਡੇ ਸੀ ਜੋ ਮੈਨੂੰ ਫੋਨ ਕਰਦੇ ਸੀ। ਮੇਰੀ ਮੰਮੀ ਰੋ ਰਹੀ ਸੀ, ਹੱਥ ਜੋੜ ਰਹੀ ਸੀ। ਇਹ ਤੋਂ ਵੱਧ ਮੈਨੂੰ ਕੁਛ ਵੀ ਪਤਾ ਨਹੀਂ। ਕਦੋਂ ਐਂਬੂਲੈਂਸ ਆਈ, ਕਦੋਂ ਮੈਨੂੰ ਚੁੱਕ ਕੇ ਲੈ ਗਏ, ਕੁਛ ਵੀ ਯਾਦ ਨਹੀਂ। ਹਾਂ, ਇਹ ਜ਼ਰੂਰ ਹੈ ਵੀ 8-9 ਮਹੀਨੇ ਮੈਂ ਹਸਪੀਟਲ ਰਹੀ ਹਾਂ। ਪਹਿਲੇ 3 ਮਹੀਨਿਆਂ ਦੀ ਮੈਨੂੰ ਭੋਰਾ ਖਬਰ ਨਹੀਂ। ਇੰਨੇ ਮਹੀਨੇ ਤਾਂ ਮੈਨੂੰ ਹੋਸ਼ 'ਚ ਆਉਣ ਨੂੰ ਹੀ ਲੱਗ ਗਏ। ਅਗਲੇ 3 ਮਹੀਨੇ ਦੌਰਾਨ ਮੈਨੂੰ ਮੇਰਾ ਕੋਈ ਵੀ ਫੈਮਿਲੀ ਮੈਂਬਰ ਜਾਂ ਫਰੈਂਡ ਮਿਲਣ ਨਹੀਂ ਸੀ ਆ ਸਕਦਾ। ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀ। ਮੈਂ ਥੋੜੀ ਠੀਕ ਹੋ ਰਹੀ ਸੀ, ਪਰ ਮੈਨੂੰ ਆਪਣੀ ਬਿਮਾਰੀ ਸਮਝ ਨਹੀਂ ਸੀ ਲੱਗ ਰਹੀ। ਡਾਕਟਰ ਵੀ ਕੁਝ ਨਹੀਂ ਦੱਸ ਰਹੇ ਸੀ। ਮੈਂ ਇੱਕ ਦਿਨ ਹੰਗਾਮਾ ਕਰਤਾ, ਫਿਰ ਸਿੱਧੇ ਹੋ ਕੇ ਬੋਲੇ, ਮਿਸ ਵਿਰਦੀ, ਤੇਰੀ ਬਾਡੀ ਤੇ ਦੇ ਫਲੂਇਡਸ ਦਾ ਬੈਲੈਂਸ ਨਹੀਂ ਰਿਹਾ, ਕੈਮੀਕਲ ਅਪ ਹੋ ਗਏ ਹਨ, ਇਹਨਾਂ ਨੂੰ ਡਾਊਨ ਕਰਨ ਲਈ ਟ੍ਰੀਟਮੈਂਟ ਕਰ ਰਹੇ ਹਾਂ। ਮੈਂ ਥੋੜੀ ਸੁਰਤ ਸੰਭਾਲਣ ਲੱਗ ਪਈ। ਮੈਨੂੰ ਲੋਕਰ 'ਚ ਰੱਖਿਆ ਹੋਇਆ ਸੀ, ਸਿਰਫ ਫੂਡ ਖਿਲਾਉਣ ਵੇਲੇ ਲੌਕ ਖੋਲ੍ਹਦੇ। ਮੇਰਾ ਕਈ ਵਾਰ ਕਿਸੇ ਆਪਣੇ ਨੂੰ ਮਿਲਣ ਨੂੰ ਦਿਲ ਕਰਦਾ, ਡਾਕਟਰ ਨਾ 'ਚ ਸਿਰ ਮਾਰ ਦਿੰਦੇ। ਮੇਰੀ ਮੰਮੀ ਮਹੀਨੇ ਬਾਅਦ ਜ਼ਰੂਰ ਸ਼ੀਸ਼ੇ ਦੇ ਪਿੱਛੇ ਖੜੀ ਹੁੰਦੀ, ਪਰ ਉਹ ਮੇਰੀ ਮੰਮੀ ਨਹੀਂ, ਕੋਈ ਹੋਰ ਬੁੱਢੀ ਲੱਗਦੀ ਸੀ, ਲਿੱਸੀ ਸਹਿਮੀ ਫਿਕਰਾਂ 'ਚ ਡੁੱਬੀ ਹੋਈ। ਮੈਂ ਉਹਨੂੰ ਇਗਨੋਰ ਕਰਦੀ। ਫਿਰ ਉਹ ਹਰ ਹਫ਼ਤੇ ਆਉਣ ਲੱਗ ਪਈ। ਮੈਨੂੰ ਮਾੜੀ ਜੀ ਪਛਾਣ ਆਉਣ ਲੱਗੀ। ਉਹ ਮੇਰੀ ਮਾਂ ਸੀ, ਬੱਚਿਆਂ ਲਈ ਜਿਉਣ ਤੇ ਕੁਰਬਾਨ ਹੋਣ ਵਾਲੀ ਮਾਂ। ਉਹਦੀਆਂ ਅੱਖਾਂ 'ਚ ਅੱਥਰੂ ਸਨ, ਫਿਰ ਵੀ ਮੈਂ ਉਸ ਵੱਲ ਪਿੱਠ ਕਰ ਲਈ ਸੀ। ਮੇਰਾ ਮਨ ਉਚਾਟ ਹੋਣ ਲੱਗਾ। ਡਾਕਟਰਾਂ ਨੇ ਮੈਨੂੰ ਕੰਪਿਊਟਰ ਤੇ ਬਿਠਾ ਦਿੱਤਾ। ਮੈਨੂੰ ਫੈਮਿਲੀ ਤੇ ਕਲੋਜ਼ ਫਰੈਂਡਸ ਦੇ ਸਕੈਚ ਬਣਾਉਣ ਲਈ ਕਿਹਾ ਗਿਆ। ਮੈਂ ਬਾਪੂ ਜੀ, ਪਵੇਲ, ਜਗਦੀਪ ਸਰ, ਫੈਮਿਲੀ ਮੈਂਬਰਾਂ ਦੇ ਸਕੈਚ ਬਣਾਤੇ। ਫਿਰ ਮੇਰੇ ਤੋਂ ਕਿਸੇ ਨੂੰ ਮਿਲਣ ਬਾਰੇ ਚੁਆਇਸ ਪੁੱਛੀ ਗਈ। ਮੈਂ ਸੰਤੋਖ ਮਾਮਾ ਜੀ ਦਾ ਸਕੈਚ ਬਣਾ ਕੇ ਬਾਕਸ ਕਲਿੱਕ ਕਰ ਦਿੱਤਾ। ਮੇਰੇ ਬਾਪੂ ਜੀ ਤੇ ਮਾਮਾ ਜੀ ਇੱਕੋ ਜਿਹੇ ਲੱਗਦੇ ਸੀ, ਮੇਰਾ ਦਰਦ ਸਮਝਣ ਵਾਲੇ। ਮਾਮਾ ਜੀ ਮਿਲਣ ਆਏ ਸੀ। ਮੈਂ ਰੱਜ ਕੇ ਗੱਲਾਂ ਕਰਨਾ ਚਾਹੁੰਦੀ ਸੀ, ਪਰ ਸਾਡੀ ਮੀਟਿੰਗ ਸਿਰਫ 5-7 ਮਿੰਟ ਦੀ ਸੀ। 2 ਵੀਕ ਬਾਅਦ ਮਾਮਾ ਜੀ ਤੇ ਅਮਨ ਆਏ ਸਨ। ਮੈਨੂੰ ਉਹਨਾਂ ਨਾਲ 3 ਘੰਟੇ ਲਈ ਪਾਰਕ ਜਾਣ ਦਿੱਤਾ ਗਿਆ। ਫਿਰ ਮੈਨੂੰ ਘਰ ਫੋਨ ਕਰਨ ਦੀ ਇਜਾਜ਼ਤ ਮਿਲ ਗਈ। ਹਰ ਵੀਕ ਮੰਮੀ ਕਦੀ ਅਮਨ ਕਦੀ ਗਗਨ ਨੂੰ ਲੈ ਕੇ ਆ ਜਾਂਦੇ। ਸਾਡੇ ਹਸਪੀਟਲ ਦੇ ਕੰਪਲੈਕਸ ਅੰਦਰ ਪਾਰਕ ਸੀ। ਮੇਰੇ ਲਈ ਪਾਰਕ ਵਿੱਚ ਘੁੰਮਣ ਦਾ ਸਮਾਂ 3 ਘੰਟੇ ਨਿਸ਼ਚਿਤ ਕੀਤਾ ਗਿਆ ਸੀ। ਪਵਨ ਤੇ ਉਹਦੀ ਵਾਈਫ ਵੀ ਗੇੜਾ ਮਾਰ ਜਾਂਦੀ ਸੀ। ਇਹਨਾਂ ਸਮਿਆਂ 'ਚ ਲੱਭ ਪਤਾ ਨਹੀਂ ਕਿੱਥੇ ਗਾਇਬ ਰਹੀ। ਮੈਨੂੰ ਕੋਈ ਨਾ ਕੋਈ ਤਾਂ ਮਿਲਣ ਆ ਹੀ ਜਾਂਦਾ ਸੀ। ਹਰ ਰੋਜ਼ ਕੁਝ ਮਿੰਟਾਂ ਲਈ ਮਿਲਣ ਦੀ ਆਗਿਆ ਵੀ ਸੀ। ਮੈਂ 8 ਮਹੀਨੇ ਤੋਂ ਘਰ ਤੋਂ ਬਾਹਰ ਸੀ। ਮੈਂ ਘਰ ਜਾਣਾ ਚਾਹੁੰਦੀ ਸੀ। ਇੱਕ ਦਿਨ ਲੰਚ ਤੇ ਘਰ ਜਾਣ ਦਿੱਤਾ, ਪਰ ਮੁੜ ਹਸਪੀਟਲ ਆਉਣਾ ਪਿਆ। ਪਿਛਲੇ 3 ਮਹੀਨਿਆਂ ਤੋਂ ਮੈਂ ਲੋਕਰ ਵਿੱਚ ਨਹੀਂ ਸੀ। ਨਰਸ ਸਵੇਰੇ ਸ਼ਾਮ ਪਾਰਕ ਲੈ ਕੇ ਜਾਂਦੀ ਸੀ। ਪਾਰਕ ਦੇ ਅੰਦਰ ਟਰੈਕ ਬਣਿਆ ਸੀ ਤੇ ਮੈਂ ਚਾਰੇ ਪਾਸੇ ਗੇੜੇ ਲਾਉਂਦੀ ਰਹਿੰਦੀ। ਇੱਕ ਦਿਨ ਨਰਸ ਨੇ ਟੋਕਿਆ ਸੀ, ਮੈਂ ਸਵੇਰ ਦੀ ਤੂੰ ਇੱਕ ਪਾਸੇ ਨੂੰ ਗੇੜਾ ਕੱਢੀ ਜਾ ਰਹੀ ਹੈ, ਇਸ ਨਾਲ ਸਰੀਰ ਇੱਕ ਪਾਸੇ ਨੂੰ ਝੁਕਦਾ ਹੈ, ਇਹ ਠੀਕ ਨਹੀਂ। ਉਨੇ ਹੀ ਗੇੜੇ ਉਲਟ ਦਿਸ਼ਾ ਵਿੱਚ ਵੀ ਕੱਢਣੇ ਚਾਹੀਦੇ ਹੈ, ਇਸ ਨਾਲ ਸਰੀਰ ਦਾ ਬੈਲੈਂਸ ਬਣਿਆ ਰਹਿੰਦਾ ਹੈ। ਨਰਸ ਦੀ ਸਿੱਖਿਆ ਮੇਰੇ ਦਿਲ ਨੂੰ ਲੱਗੀ ਸੀ। ਉਸ ਦਿਨ ਤੋਂ ਬਾਅਦ ਮੈਂ ਟਰੈਕ ਦੀਆਂ ਦੋਵੇਂ ਦਿਸ਼ਾਵਾਂ 'ਚ ਚੱਕਰ ਕੱਟਦੀ। ਮੈਂ ਚੱਕਰ ਕੱਟਦੇ ਸਮੇਂ ਸੋਚਾਂ 'ਚ ਪੈ ਜਾਂਦੀ, ਜ਼ਿੰਦਗੀ ਵਿੱਚ ਤਾਂ ਅਸੀਂ ਇੱਕ ਹੀ ਟਰੈਕ ਤੇ ਚੜੇ ਰਹਿੰਦੇ ਹਾਂ, ਜ਼ਿੰਦਗੀ 'ਚ ਬੈਲੈਂਸ ਕਿਵੇਂ ਰਹਿ ਸਕਦਾ? ਡਾਕਟਰ ਮੇਰੇ ਕੈਮੀਕਲ ਬੈਲੈਂਸ ਕਰਨ 'ਚ ਕਾਮਯਾਬ ਹੋ ਗਏ ਸਨ। ਇਸ ਪਿੱਛੋਂ ਮੇਰੇ ਸੁਭਾਅ 'ਚ ਤਬਦੀਲੀ ਆਉਣ ਲੱਗ ਪਈ ਸੀ। ਮੈਨੂੰ ਘਰ ਦੇ ਸਕੇ ਸੰਬੰਧੀ ਚੰਗੇ ਲੱਗਣ ਲੱਗ ਪਏ। ਬਾਪੂ ਜੀ ਤੇ ਪਵੇਲ ਮੇਰੀਆਂ ਯਾਦਾਂ 'ਚ ਬਾਰ-ਬਾਰ ਘੁੰਮਦੇ ਰਹਿੰਦੇ। ਹਸਪੀਟਲ ਤੋਂ ਦੂਜੀ ਵਾਰੀ ਮੈਨੂੰ 2 ਦਿਨ ਲਈ ਘਰ ਜਾਣ ਦੀ ਛੁੱਟੀ ਮਿਲੀ। ਕੁਝ ਦਿਨਾਂ ਬਾਅਦ 1 ਹਫ਼ਤੇ ਦੀ, ਫਿਰ 1 ਮਹੀਨੇ ਘਰ ਰਹੀ ਸੀ। ਹੁਣ ਮੈਨੂੰ ਘਰ ਚੰਗਾ ਲੱਗਣ ਲੱਗ ਪਿਆ। ਮਹੀਨੇ ਬਾਅਦ ਮੇਰਾ ਵਾਪਸ ਹਸਪੀਟਲ ਜਾਣ ਨੂੰ ਦਿਲ ਨਹੀਂ ਸੀ ਕਰਦਾ, ਪਰ ਮਜਬੂਰੀ 'ਚ ਜਾਣਾ ਪਿਆ ਸੀ। ਇੱਕ ਦਿਨ ਉਹਨਾਂ ਮੇਰੇ ਦਿਲ ਵਿੱਚ ਘਰ ਪ੍ਰਤੀ ਉਤਸ਼ਾਹ ਵੇਖ ਕੇ ਮੈਨੂੰ ਮੈਡੀਸਨ ਦੇ ਕੇ ਡਿਸਚਾਰਜ ਕਰ ਦਿੱਤਾ ਸੀ। ਮੇਰੇ ਕਮਰੇ 'ਚ ਦਵਾਈਆਂ ਦੀ ਭਰਮਾਰ ਏ। ਇਹਨਾਂ ਦੀ ਅਜੀਬ ਸਮੈਲ ਆਉਂਦੀ ਰਹਿੰਦੀ ਹੈ, ਪਰ ਖਾਣੀਆਂ ਪੈਂਦੀਆਂ ਨੇ। ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਨਾਲ ਸੁਸਤ ਤੇ ਮੋਟੀ ਹੋ ਗਈ ਹਾਂ। ਮੈਂ ਸ਼ੀਸ਼ੇ ਮੂਹਰੇ ਖੜ ਜਾਂਦੀ ਹਾਂ। ਹੁਣ ਮੈਂ ਕੁੜੀ ਨਹੀਂ, ਸਗੋਂ ਪੱਕੜ ਜੀ ਔਰਤ ਲੱਗਦੀ ਹੈ। ਮੇਰੀ ਉਮਰ 32 ਸਾਲ ਦੀ ਹੈ। ਇਸ ਉਮਰ 'ਚ ਅਮਰੀਕਨ ਔਰਤਾਂ ਦਾ ਭਰ ਜਵਾਨ ਮੁਟਿਆਰਾਂ ਲੱਗਦੀਆਂ ਨੇ, ਪਰ ਮੈਂ ਬਿਮਾਰੀ ਦੀ ਭੰਨੀ ਬੇਟਭੀ, ਪੇਟ ਬਾਹਰ ਨੂੰ ਵਧਿਆ ਹੋਇਆ, ਮੂੰਹ ਫੁੱਲਿਆ ਹੋਇਆ, ਬੁੱਲ ਸੁੱਕੇ ਹੋਏ, ਅੱਖਾਂ ਤੇ ਠੋਡੀ ਦੇ ਹੇਠਾਂ ਝੁਰੜੀਆਂ ਪਈਆਂ ਹੋਈਆਂ। ਮੇਰੇ ਬਾਰੇ ਸੁਣ ਕੇ ਬਾਪੂ ਜੀ ਨੇ ਮੰਜਾ ਮੱਲ ਲਿਆ। ਉਹਨਾਂ ਮੇਰੀ ਮੰਮੀ ਨੂੰ ਇੱਕੋ ਗੱਲ ਕਹੀ ਹੈ
ਕਸ਼ਮੀਰੋ ਮੇਰੀ ਧੀ ਨੂੰ ਮੇਰੇ ਕੋਲ ਲੈ ਕੇ ਆ ਜਾ, ਮੈਂ ਮਰਨ ਤੋਂ ਪਹਿਲਾਂ ਇਹਦਾ ਮੂੰਹ ਵੇਖ ਲਵਾਂ, ਨਾਲੇ ਹੱਥੀਂ ਦਾਨ ਕਰ ਦੇਵਾਂ। ਮੈਂ ਜਿਉਂ ਹੀ ਥੋੜੀ ਨਾਰਮਲ ਹੋਈ, ਮੰਮੀ ਅਮਨ ਤੇ ਗਗਨ ਮੈਨੂੰ ਇੰਡੀਆ ਲੈ ਗਏ। ਬਾਪੂ ਜੀ ਦੇ ਕਹਿਣ ਤੇ ਚਾਚੇ ਤਾਏ ਪਹਿਲਾਂ ਹੀ ਮੇਰੇ ਵਿਆਹ ਲਈ ਨੱਠ ਭੱਜ ਕਰ ਰਹੇ ਸਨ। ਉਹਨਾਂ ਮੇਰਾ ਸੈਮ ਨਾਲ ਵਿਆਹ ਕਰ ਦਿੱਤਾ। ਉਹ 3 ਮਹੀਨੇ ਤਾਂ ਇੰਡੀਆ 'ਚ 3 ਦਿਨਾਂ ਵਾਂਗ ਲੰਘ ਗਏ। ਪਿਛਲੇ 3 ਸਾਲਾਂ ਤੋਂ ਪਰੇਸ਼ਾਨੀ 'ਚ ਘਿਰੀ ਹੋਈਆਂ। ਮੇਰਾ ਸੈਮ ਆ ਨਹੀਂ ਰਿਹਾ। ਪਹਿਲਾਂ ਮੇਰੀ ਬਿਮਾਰੀ ਰੈਕੇਡ ਵਿੱਚ ਹੋਣ ਕਰਕੇ ਮੈਨੂੰ ਜੌਬ ਨਹੀਂ ਸੀ ਮਿਲ ਰਹੀ। ਮੈਂ ਸੈਮ ਦੀ ਪਟੀਸ਼ਨ ਕਰ ਦਿੱਤੀ ਤੇ ਮੇਰੇ ਕੰਮ ਦੇ ਘੰਟੇ ਪੂਰੇ ਨਹੀਂ ਸੀ ਹੋ ਰਹੇ। ਪਟੀਸ਼ਨ ਤੇ ਆਬਜੈਕਸ਼ਨ ਲੱਗ ਗਿਆ। ਮਾਮਾ ਜੀ ਦੇ ਸਟੋਰ ਦਾ ਜੌਬ ਲੈਟਰ ਬਣਾ ਕੇ ਦਿੱਤਾ। ਸੈਮ ਮਕੈਨੀਕਲ ਇੰਜੀਨੀਅਰ ਹੈ। ਮੇਰੇ ਤੋਂ ਉਮਰ 'ਚ 6 ਸਾਲ ਛੋਟਾ ਹੋਣਾ ਹੈ। ਬਹੁਤ ਹੈਂਡਸਮ, ਸਲਿਮ ਟ੍ਰਿਮ, ਪੂਰਾ ਹੀਰੋ। ਮੈਂ ਤਾਂ ਦੇਖਦੀ ਰਹਿ ਗਈ ਸੀ। ਮੈਂ ਉਸ ਵਕਤ ਹਾਂ ਕਰਤੀ ਸੀ, ਪਰ ਸੈਮ ਨੂੰ ਹਾਂ ਕਹਿਣ 'ਚ 5 ਦਿਨ ਲੱਗ ਗਏ। ਹੁਣ ਜਲ ਜਾਣਾ ਕੌਂਸਲੇਟ ਸੈਟਿਸਫਾਈ ਨਹੀਂ ਹੋ ਰਿਹਾ। ਉਹ ਸਾਡੀ ਮੈਰਿਜ ਨੂੰ ਰੀਅਲ ਨਹੀਂ ਮੰਨ ਰਿਹਾ। ਮੈਨੂੰ ਫੋਨ ਤੇ ਪੁੱਛਿਆ, ਮੈਰਿਜ ਤੇਰੀ ਮਰਜ਼ੀ ਨਾਲ ਵੀ ਹੋਈ ਏ? ਅੱਧੀ ਰਾਤ ਬੀਤ ਚੁੱਕੀ ਹੈ। ਮੰਮੀ ਨੇ ਨੀਂਦ ਦਾ ਇੱਕ ਢੌਂਕਾ ਲਾ ਲਿਆ। ਉਹਨੇ ਉੱਠ ਕੇ ਮੇਰਾ ਸਿਰ ਪਲੋਸਿਆ ਤੇ ਮੈਨੂੰ ਸੌਣ ਲਈ ਕਹਿ ਕੇ ਮੁੜ ਗਈ। ਬੈੱਡ ਤੇ ਜਾ ਪਈ ਹੈ। ਮੰਮੀ ਡਰਦੀ ਹੈ ਕਿਤੇ ਮੈਂ ਮੁੜ ਬਿਮਾਰ ਨਾ ਹੋ ਜਾਵਾਂ। ਮੇਰੇ ਕੰਮ ਦੇ ਘੰਟੇ ਵੱਧ ਗਏ ਹਨ। ਦਵਾਈ ਦੀ ਮਾਤਰਾ ਘਟ ਗਈ ਹੈ। ਅੱਜ ਵੀਕਐਂਡ ਹੋਣ ਕਰਕੇ ਹੀ ਜਾਗ ਰਹੀ ਹਾਂ। ਸਵੇਰੇ ਕਿਹੜਾ ਕੰਮ ਤੇ ਜਾਣਾ ਤੇ ਮੈਂ ਹੁਣ ਬਿਲਕੁਲ ਠੀਕ ਹਾਂ, ਪਰ ਰਿਲੈਕਸ ਨਹੀਂ। ਮੇਰਾ ਧਿਆਨ ਮੁੜ ਫਾਇਰ ਪਲੇਸ ਵੱਲ ਜਾ ਰਿਹਾ। ਮੈਂ ਸਵੇਰ ਦੀ ਇਸ ਤੇ ਤਾਪ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹਾਂ। ਅਜੇ ਤੱਕ ਕੈਂਡਲਸ ਮੇਰਾ ਸਾਥ ਦੇ ਰਹੀਆਂ ਹਨ। ਮੇਰੇ ਸਾਹਮਣੇ ਸੈਮ ਦੀ ਈਮੇਲ ਖੁੱਲੀ ਪਈ ਹੈ। ਮੈਂ ਇਹ ਈਮੇਲ ਕਈ ਵਾਰੀ ਪੜ੍ਹ ਚੁੱਕੀ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਉਸ ਉੱਪਰ ਤਰਸ ਆ ਰਿਹਾ ਜਾਂ ਆਪਣੇ ਆਪ ਤੇ। ਕਦੀ ਪਵੇਲ ਦੀਆਂ ਗੱਲਾਂ ਯਾਦ ਆ ਰਹੀਆਂ ਤੇ ਦੂਜੇ ਪਾਸੇ ਮੈਨੂੰ ਸੰਤੋਖ ਮਾਮਾ ਜੀ ਦੀ ਰਿਸੈਸ਼ਨ ਵੱਲੋਂ ਗਗਨ ਨੂੰ ਕਹੀ ਗੱਲ ਯਾਦ ਆ ਰਹੀ ਹੈ। ਇਸ ਸਿਸਟਮ ਦੀ ਇੱਕ ਸਿਫਤ ਹੈ, ਇਹ ਬੰਦੇ ਨੂੰ ਮਰਨ ਨਹੀਂ ਦਿੰਦਾ, ਉਹਦੇ ਮੂੰਹ 'ਚ ਪਾਣੀ ਦੀ ਬੂੰਦ ਪਾ ਹੀ ਦਿੰਦਾ। ਮੈਂ ਮਾਮਾ ਜੀ ਦੇ ਇਸੇ ਗੱਲ ਦੇ ਸਹਾਰੇ ਜੀ ਰਹੀ ਹਾਂ, ਪਰ ਹੁਣ ਲੱਗਦਾ ਇਹਨਾਂ ਤਿਲਾਂ 'ਚ ਤੇਲ ਨਹੀਂ। ਥੱਕ ਗਈਆਂ। ਮੇਰੇ ਸਰੀਰ ਵਿੱਚ ਜਾਨ ਨਹੀਂ ਰਹੀ। ਮਨ ਬੁਝਿਆ ਪਿਆ। ਮੇਰੇ ਦਿਲ ਦੀ ਚਿਮਨੀ ਵਿੱਚ ਧੂਆਂ ਉੱਠ ਰਿਹਾ ਹੈ। ਫਾਇਰ ਪਲੇਸ ਦਾ ਸੇਕ ਵਧ ਰਿਹਾ। ਮੈਂ 3 ਸਾਲਾਂ ਤੋਂ ਸੈਮ ਦਾ ਰਾਹ ਤੱਕ ਰਹੀ ਹਾਂ। ਮਾਮਾ ਜੀ ਅੰਦਰ ਬੜੇ ਹਨ। ਉਹਨਾਂ ਨੇ ਮੇਰੇ ਸਿਰ ਤੇ ਪਿਆਰ ਦਿੱਤਾ ਹੈ ਤੇ ਮੈਂ ਕੁਰਲਾ ਉੱਠੀ ਹਾਂ। ਮਾਮਾ ਜੀ, ਇਸ ਅਮਰੀਕੀ ਸਿਸਟਮ ਨੂੰ ਪੁੱਛਿਓ ਹੋਰ ਕਿੰਨੇ ਕੁ ਸਾਲ ਲੱਗਣਗੇ ਉੱਠਣ ਨੂੰ। ਸੱਚੀ ਤੁਹਾਡਾ ਇਹ ਸਿਸਟਮ ਚਨਾਹ ਦੀਆਂ ਉਹ ਮਾਰੂ ਛੱਲਾਂ ਨੇ ਜੋ ਨਿੱਤੀ ਪਤਾ ਨਹੀਂ ਕਿੰਨੀਆਂ ਸੋਹਣੀਆਂ ਦੇ ਕੱਚੇ ਘੜੇ ਖੋਰਦੀਆਂ ਨੇ, ਉਹਨਾਂ ਨੂੰ ਵਹਾ ਕੇ ਨਾਲ ਲੈ ਜਾਂਦੀਆਂ ਨੇ। ਮਾਮਾ ਜੀ ਮੇਰਾ ਸਵਾਲ ਸੁਣ ਕੇ ਦੁਬਿਧਾ ਵਿੱਚ ਫਸ ਗਏ ਹਨ। ਧੰਨਵਾਦ।